ਹੈਲੋ एवरीवन ਮੋਸਟ ਵੈਲਕਮ ਟੂ ਆਵਰ ਚੈਨਲ ਰਾਈਟ ਔਨ। ਤਾਂ ਜੇ ਤੁਸੀਂ ਵੀ ਤਿਆਰੀ ਕਰ ਰਹੇ ਹੋ ਪੀਐਸ ਟੈਟ ਦੇ ਲਈ, ਸੀ ਟੈਟ ਦੇ ਲਈ ਜਾਂ ਮੈਥ ਮਾਸਟਰ ਕੈਡਰ ਦੇ ਲਈ ਤਾਂ ਜ਼ਰੂਰ ਸਬਸਕ੍ਰਾਈਬ ਕਰੋ ਸਾਡੇ ਚੈਨਲ ਨੂੰ। ਤੁਹਾਡੇ ਲਈ ਬਹੁਤ ਹੀ ਹੈਲਪਫੁਲ ਹੋਏਗਾ। ਅੱਜ ਆਪਾਂ ਕੰਟੀਨਿਊ ਕਰਦੇ ਹਾਂ ਆਪਣੇ ਨੈਕਸਟ ਅਗਰ ਆਪਾਂ ਗੱਲ ਕਰੀਏ ਟੌਪਿਕ ਦੇ ਨਾਲ, ਇੰਗਲਿਸ਼ ਦਾ ਜੋ ਨੈਕਸਟ ਟੌਪਿਕ ਹੈ ਉਹਦੇ ਨਾਲ ਆਪਾਂ ਕੰਟੀਨਿਊ ਕਰਦੇ ਹਾਂ। ਇੰਗਲਿਸ਼ ਦੇ ਵਿੱਚ ਜੋ ਆਪਣੇ ਫਸਟ ਟੌਪਿਕ ਹੈ ਉਹ ਆਪਣਾ ਕੰਪਲੀਟ ਹੋ ਚੁੱਕਿਆ, ਜੋ ਆਪਣਾ ਸੈਕਿੰਡ ਟੌਪਿਕ ਸੀ ਉਹ ਕੰਪਲੀਟ ਹੋ ਚੁੱਕਿਆ। ਅੱਜ ਆਪਣਾ ਜੋ ਥਰਡ ਟੌਪਿਕ ਹੈ ਉਹ ਸਟਾਰਟ ਕਰਨ ਜਾ ਰਹੇ ਹਾਂ, ਜਿਸ ਦਾ ਨਾਮ ਹੈ ਇਵੈਲੂਏਸ਼ਨ। ਤਾਂ ਬਿਲਕੁਲ ਉਸਨੂੰ ਪੂਰੀ ਡਿਟੇਲ ਦੇ ਵਿੱਚ ਦੇਖਦੇ ਹਾਂ, ਸਮਝਦੇ ਹਾਂ ਇਵੈਲੂਏਸ਼ਨ ਕੀ ਹੁੰਦਾ ਹੈ। ਠੀਕ ਹੈ ਜੀ, ਉਹ ਸਾਰਾ ਕੁਛ ਇਹਦੇ ਵਿੱਚ ਆਪਾਂ ਡਿਟੇਲ ਦੇ ਵਿੱਚ ਪੂਰਾ ਸਟੱਡੀ ਕਰਾਂਗੇ। ਤਾਂ ਇੰਗਲਿਸ਼ ਦੇ ਨਾਲ ਨਾਲ ਜੋ ਆਪਣੇ ਬਾਕੀ ਸਬਜੈਕਟਸ ਨੇ ਉਹਨਾਂ ਦਾ ਵੀ ਜੋ ਸਿਲੇਬਸ ਆ ਉਹ ਕੰਟੀਨਿਊਸਲੀ ਇਸੇ ਤਰੀਕੇ ਨਾਲ ਚੱਲ ਰਿਹਾ। ਹਰ ਇੱਕ ਸਬਜੈਕਟ ਦੇ ਐਟਲੀਸਟ 2 ਤੋਂ 3 ਟੌਪਿਕ ਨੇ ਜੋ ਕੰਪਲੀਟ ਹੋ ਚੁੱਕੇ ਨੇ। ਤਾਂ ਜੇ ਹਾਲੇ ਤੱਕ ਤੁਸੀਂ ਤਿਆਰੀ ਕਰਨੀ ਸ਼ੁਰੂ ਨਹੀਂ ਕੀਤੀ ਤਾਂ ਬਿਲਕੁਲ ਤੁਹਾਨੂੰ ਜੋ ਪੂਰਾ ਦਾ ਪੂਰਾ ਫ੍ਰੀ ਕੋਰਸ ਇੱਕ ਤਰੀਕੇ ਨਾਲ ਆਪਾਂ ਕਹਿ ਸਕਦੇ ਹਾਂ ਅਵੇਲੇਬਲ ਨਜ਼ਰ ਆਏਗਾ ਇਸ ਚੈਨਲ ਦੇ ਉੱਪਰ। ਤਾਂ ਹੈਲਪਫੁਲ ਰਹੇਗਾ ਤੁਹਾਡੇ ਲਈ। ਠੀਕ ਹੈ ਜੀ, ਅਤੇ ਚਲੋ ਸਟਾਰਟ ਕਰਦੇ ਹਾਂ। ਬਿਲਕੁਲ ਇਹ ਜੋ ਪੂਰਾ ਦਾ ਪੂਰਾ ਸੈਸ਼ਨ ਆਪਾਂ ਕਹਿ ਸਕਦੇ ਹਾਂ ਪੂਰਾ ਦਾ ਪੂਰਾ ਇੱਕ ਤਰੀਕੇ ਨਾਲ ਸਿਲੇਬਸ ਜੋ ਹੈ ਉਹ ਪੀਐਸ ਟੈਟ ਦੇ ਸਟੂਡੈਂਟਸ ਲਈ ਬਹੁਤ ਮਦਦਗਾਰ ਹੈ। ਤਾਂ ਬਿਲਕੁਲ ਆਪਾਂ ਸਟਾਰਟ ਕਰਦੇ ਹਾਂ ਅੱਜ ਦੇ ਟੌਪਿਕ ਨੂੰ, ਜਿਸ ਦਾ ਨਾਮ ਹੈ ਇਵੈਲੂਏਸ਼ਨ। ਹੁਣ ਇਵੈਲੂਏਸ਼ਨ ਦੇਖਦੇ ਹਾਂ ਸਭ ਤੋਂ ਪਹਿਲਾਂ ਤਾਂ ਇਵੈਲੂਏਸ਼ਨ ਕੀ ਹੁੰਦੀ ਹੈ। ਪੰਜਾਬੀ ਦੇ ਵਿੱਚ ਇਸ ਨੂੰ ਕਿਹਾ ਜਾਂਦਾ ਮੁਲਾਂਕਣ। ਠੀਕ ਹੈ ਜੀ, ਪੰਜਾਬੀ ਦੇ ਵਿੱਚ ਅਗਰ ਆਪਾਂ ਗੱਲ ਕਰੀਏ ਇਸ ਦਾ ਨਾਮ ਹੈ ਮੁਲਾਂਕਣ। ਠੀਕ ਹੈ, ਇਸ ਨੂੰ ਆਪਾਂ ਇੰਗਲਿਸ਼ ਦੇ ਵਿੱਚ ਇਵੈਲੂਏਸ਼ਨ ਬੋਲਦੇ ਹਾਂ। ਹੁਣ ਅਗਰ ਗੱਲ ਕਰੀਏ ਇਵੈਲੂਏਸ਼ਨ ਕਿਹੜੇ ਵਰਡ ਤੋਂ ਡਰਾਈਵ ਹੋਇਆ, ਸਭ ਤੋਂ ਪਹਿਲਾਂ ਤਾਂ ਇਹ ਪਤਾ ਹੋਣਾ ਚਾਹੀਦਾ ਕਿ ਇਵੈਲੂਏਸ਼ਨ ਕਿੱਥੋਂ ਆਇਆ, ਕਿਹੜੇ ਵਰਡ ਤੋਂ ਡਰਾਈਵ ਹੋਇਆ। ਠੀਕ ਹੈ ਜੀ, ਇਵੈਲੂਏਸ਼ਨ ਆ ਗਿਆ ਜੋ ਵਰਡ ਸੀ ਆਪਣੇ ਕੋਲ ਉਹ ਸੀਗਾ ਵੈਲਿਊਅਰ, ਜਿਸ ਦਾ ਮਤਲਬ ਸੀ ਟੂ ਬੀ ਵਰਥ। ਠੀਕ ਹੈ, ਮਤਲਬ ਕਿਸੇ ਚੀਜ਼ ਦੀ ਇੰਪੋਰਟੈਂਸ ਨੂੰ ਜਾਣਨਾ, ਉਹਦੇ ਵਿੱਚ ਆਪਾਂ ਇਹ ਕਹਿ ਸਕਦੇ ਕਿੰਨੀ ਕਿਸ ਤਰੀਕੇ ਨਾਲ ਉਹਦੇ ਵਿੱਚ ਪ੍ਰੋਗਰੈਸ ਹੋਇਆ ਉਸਨੂੰ ਜੱਜ ਕਰਨਾ। ਠੀਕ ਹੈ, ਤਾਂ ਇਹ ਸਾਰਾ ਕੁਛ ਕਿਹਦਾ ਅਗਰ ਆਪਾਂ ਕਹੀਏ ਤਾਂ ਇਵੈਲੂਏਸ਼ਨ ਦਾ ਵੀ ਇੱਕ ਤਰੀਕੇ ਨਾਲ ਕੀ ਮਤਲਬ ਹੈ ਕਿ ਕਿਸੇ ਦੇ ਵਿੱਚ ਅਗਰ ਪ੍ਰੋਗਰੈਸ ਹੋਈ ਹੈ ਤਾਂ ਉਸਨੂੰ ਜੱਜ ਕਰਨਾ ਕਿ ਕਿੰਨਾ ਕੁ ਇੰਪੋਰਟੈਂਟ ਅਗਰ ਆਪਾਂ ਕਹੀਏ ਕਿ ਇੰਪਰੂਵਮੈਂਟ ਉਸ ਪਰਸਨ ਦੇ ਵਿੱਚ ਉਸ ਚਾਈਲਡ ਦੇ ਵਿੱਚ ਹੋਈ ਹੈ। ਤਾਂ ਬਿਲਕੁਲ ਟੀਚਿੰਗ ਵੀ ਬਿਲਕੁਲ ਇਸੇ ਤਰੀਕੇ ਨਾਲ ਹੁੰਦੀ ਹੈ। ਫੋਰ ਐਗਜ਼ਾਮਪਲ ਟੀਚਿੰਗ ਕਿਵੇਂ ਹੁੰਦੀ ਹੈ, ਆਪਾਂ ਟੀਚਿੰਗ ਹੁੰਦੀ ਹੈ ਪਹਿਲਾਂ ਸਭ ਤੋਂ ਪਹਿਲਾਂ ਬੱਚੇ ਨੂੰ ਸਿਖਾਇਆ ਜਾਂਦਾ ਹੈ, ਟੀਚਿੰਗ ਕੀਤੀ ਜਾਂਦੀ ਹੈ। ਠੀਕ ਹੈ, ਬੱਚੇ ਲਰਨਿੰਗ ਕਰਦੇ ਨੇ, ਲਰਨਿੰਗ ਤੋਂ ਬਾਅਦ ਇੱਕ ਇਵੈਲੂਏਸ਼ਨ ਕੀਤੀ ਜਾਂਦੀ ਹੈ। ਇਵੈਲੂਏਸ਼ਨ ਦੇ ਵਿੱਚ ਇਹ ਚੈੱਕ ਕੀਤਾ ਜਾਂਦਾ ਬਾਏ ਟੈਸਟ ਜਾਂ ਫਿਰ ਬਾਏ ਐਕਟੀਵਿਟੀਜ਼ ਕਿ ਬੱਚਾ ਕਿੰਨਾ ਕੁ ਸਿੱਖ ਸਕਿਆ। ਠੀਕ ਹੈ, ਤਾਂ ਮਤਲਬ ਟੈਸਟ ਆਪਾਂ ਲੈਂਦੇ ਹਾਂ ਜਿਹਦੇ ਨਾਲ ਆਪਾਂ ਬੱਚੇ ਦੀ ਜੋ ਨੌਲੇਜ ਉਸਨੂੰ ਚੈੱਕ ਕਰਦੇ ਹਾਂ ਕਿ ਬੱਚੇ ਨੂੰ ਕਿੰਨੀ ਕੁ ਇੰਪਰੂਵਮੈਂਟ ਉਸਦੇ ਵਿੱਚ ਹੋਈ ਹੈ। ਠੀਕ ਹੈ, ਅਗਰ ਤਾਂ ਇਵੈਲੂਏਸ਼ਨ ਦੇ ਵਿੱਚ ਆਪਾਂ ਇਹ ਦੇਖ ਲੈਂਦੇ ਹਾਂ ਕਿ ਬੱਚੇ ਦੇ ਵਿੱਚ ਕਾਫੀ ਹੱਦ ਤੱਕ ਸੁਧਾਰ ਹੋਇਆ, ਜਿਸ ਲੈਵਲ ਤੱਕ ਉਸਨੂੰ ਸਿੱਖਣਾ ਚਾਹੀਦਾ ਸੀ ਉਹ ਸਿੱਖ ਚੁੱਕਿਆ। ਠੀਕ ਹੈ, ਤਾਂ ਉਸ ਤੋਂ ਬਾਅਦ ਆਪਾਂ ਥੋੜ੍ਹਾ ਜਿਹਾ ਅੱਗੇ ਵੱਲ ਨੂੰ ਵੱਧਦੇ ਹਾਂ। ਅਗਰ ਆਪਾਂ ਨੂੰ ਲੱਗਦਾ ਹੈ ਕਿ ਨਹੀਂ ਇਹਦੇ ਵਿੱਚ ਹੋਰ ਥੋੜ੍ਹਾ ਕੰਮ ਕਰਨ ਦੀ ਜ਼ਰੂਰਤ ਹੈ ਤਾਂ ਉਸਦੀ ਦੁਬਾਰਾ ਤੋਂ ਜੋ ਟੀਚਿੰਗ ਹੈ ਉਹ ਸ਼ੁਰੂ ਕਰ ਦਿੱਤੀ ਜਾਂਦੀ ਹੈ। ਠੀਕ ਹੈ, ਦੁਬਾਰਾ ਤੋਂ ਉਸਨੂੰ ਸਿਖਾਉਣਾ ਸ਼ੁਰੂ ਕਰ ਦਿੱਤਾ ਜਾਂਦਾ ਤਾਂ ਕਿ ਉਸਦੇ ਵਿੱਚ ਚੰਗੇ ਤਰੀਕੇ ਨਾਲ ਇੰਪਰੂਵਮੈਂਟ ਹੋ ਸਕੇ। ਤਾਂ ਬਿਲਕੁਲ ਇਸੇ ਤਰੀਕੇ ਨਾਲ ਜੋ ਟੀਚਿੰਗ ਆ ਉਹ ਹੁੰਦੀ ਹੈ। ਐਜ਼ ਇੱਕ ਸਾਈਕਲ ਵੀ ਆਪਾਂ ਬੋਲ ਸਕਦੇ ਹਾਂ ਕਿ ਪਹਿਲਾਂ ਟੀਚਿੰਗ ਕੀਤੀ ਜਾਂਦੀ ਹੈ, ਬੱਚਾ ਲਰਨਿੰਗ ਕਰਦਾ, ਉਸ ਤੋਂ ਬਾਅਦ ਇੱਕ ਇਵੈਲੂਏਸ਼ਨ ਦੇ ਨਾਲ ਚੈੱਕ ਕੀਤਾ ਜਾਂਦਾ ਕਿ ਬੱਚੇ ਦੇ ਵਿੱਚ ਕਿੰਨੀ ਕੁ ਇੰਪਰੂਵਮੈਂਟ ਹੋਈ ਹੈ। ਅਗਰ ਇੰਪਰੂਵਮੈਂਟ ਹੋਈ ਹੈ ਤਾਂ ਥੋੜ੍ਹਾ ਅਗਲੇ ਸਟੈਪ ਦੇ ਵਿੱਚ ਫੋਰ ਐਗਜ਼ਾਮਪਲ ਕੋਈ ਕਲਾਸ ਹੈ, ਥਰਡ ਕਲਾਸ ਹੈ, ਉਸਦੇ ਵਿੱਚ ਬੱਚਾ ਥਰਡ ਕਲਾਸ ਦੇ ਐਗਜ਼ਾਮਸ ਦਿੰਦਾ ਹੈ। ਠੀਕ ਹੈ, ਅਗਰ ਉਹਨਾਂ ਐਗਜ਼ਾਮਸ ਦੇ ਵਿੱਚ ਬੱਚਾ ਬਹੁਤ ਵਧੀਆ ਸਕੋਰ ਕਰ ਰਿਹਾ ਹੈ ਜਾਂ ਫਿਰ ਆਪਣੀ ਨੌਲੇਜ ਦੇ ਅਕੋਰਡਿੰਗ ਸਕੋਰ ਕਰ ਰਿਹਾ ਹੈ, ਜਿੱਤੋਂ ਆਪਾਂ ਇਹ ਕਲੀਅਰ ਕਰ ਸਕਦੇ ਹਾਂ ਕਿ ਬੱਚੇ ਦੇ ਵਿੱਚ ਇੰਪਰੂਵਮੈਂਟ ਹੋਈ ਹੈ। ਠੀਕ ਹੈ, ਤਾਂ ਉਸ ਤੋਂ ਬਾਅਦ ਆਪਾਂ ਉਸਨੂੰ ਨੈਕਸਟ ਸਟੈਂਡਰਡ ਦੇ ਵਿੱਚ ਕਨਵਰਟ ਕਰਦੇ ਹਾਂ। ਬਟ ਅਗਰ ਬਾਈ ਚਾਂਸ ਬੱਚੇ ਨੇ ਬਿਲਕੁਲ ਵੀ ਅਗਰ ਆਪਾਂ ਗੱਲ ਕਰੀਏ ਕਿ ਅੱਛੀ ਸਕੋਰਿੰਗ ਨਹੀਂ ਕੀਤੀ, ਜੋ ਉਸਦੇ ਇਵੈਲੂਏਸ਼ਨ ਦੇ ਵਿੱਚ ਆਪਾਂ ਨੂੰ ਪਤਾ ਲੱਗਦਾ ਹੈ ਕਿ ਉਸਨੇ ਕੁਛ ਵੀ ਜੋ ਉਸਦੇ ਲੈਵਲ ਦਾ ਹੈ, ਜੋ ਉਸਦੇ ਮਾਨਸਿਕ ਵਿਕਾਸ ਦੇ ਅਕੋਰਡਿੰਗ ਉਸਨੇ ਅੱਛੇ ਤਰੀਕੇ ਨਾਲ ਉਸਦੀ ਲਰਨਿੰਗ ਜੋ ਹੈ ਉਹ ਨਹੀਂ ਹੋ ਸਕੀ, ਤਾਂ ਉਸਨੂੰ ਦੁਬਾਰਾ ਤੋਂ ਉਸੇ ਦੀ ਕੀ ਕੀਤੀ ਜਾਂਦੀ ਹੈ, ਟੀਚਿੰਗ ਕੀਤੀ ਜਾਂਦੀ ਹੈ। ਠੀਕ ਹੈ, ਉਮੀਦ ਇਸ ਐਗਜ਼ਾਮਪਲ ਨਾਲ ਪੂਰਾ ਕਲੀਅਰ ਹੋ ਗਿਆ ਹੋਵੇਗਾ ਕਿ ਇਵੈਲੂਏਸ਼ਨ ਕੀ ਹੁੰਦਾ ਹੈ। ਮਤਲਬ ਜੋ ਆਪਾਂ ਕਹਿ ਸਕਦੇ ਹਾਂ ਕਿ ਕਿਸੇ ਦੀ ਪ੍ਰੋਗਰੈਸ ਨੂੰ ਜੱਜ ਕਰਨਾ ਜਾਂ ਕਿਸੇ ਦੇ ਆਪਾਂ ਕਹਿ ਸਕਦੇ ਇੰਪਰੂਵਮੈਂਟ ਨੂੰ ਜਾਣਨਾ ਕਿ ਕਿੰਨਾ ਕੁ ਇੰਪਰੂਵਮੈਂਟ ਉਸਦੇ ਵਿੱਚ ਹੋਇਆ ਹੈ ਆਫਟਰ ਟੀਚਿੰਗ ਜਾਂ ਆਫਟਰ ਲਰਨਿੰਗ। ਠੀਕ ਹੈ ਜੀ, ਨੈਕਸਟ ਅਗਰ ਆਪਾਂ ਗੱਲ ਕਰੀਏ ਹੁਣ ਇਵੈਲੂਏਸ਼ਨ ਕੀ ਹੁੰਦਾ ਉਹ ਤਾਂ ਆਪਾਂ ਸਮਝ ਲਿਆ। ਪੰਜਾਬੀ ਦੇ ਵਿੱਚ ਇਸ ਨੂੰ ਮੁਲਾਂਕਣ ਕਿਹਾ ਜਾਂਦਾ, ਇੰਪੋਰਟੈਂਟ ਟੌਪਿਕ ਹੈ, ਪੰਜਾਬੀ ਦੇ ਵਿੱਚ ਵੀ ਆਉਂਦਾ ਇਹ। ਠੀਕ ਹੈ, ਅਗਰ ਆਪਾਂ ਗੱਲ ਕਰੀਏ ਇਵੈਲੂਏਸ਼ਨ ਦੀ ਇੰਪੋਰਟੈਂਸ ਕੀ ਹੈ, ਦੇਖੋ ਆਪਾਂ ਪਹਿਲੀ ਗੱਲ ਤਾਂ ਟੀਚਿੰਗ ਨੂੰ ਅਤੇ ਇਵੈਲੂਏਸ਼ਨ ਨੂੰ ਕਦੇ ਵੀ ਸੈਪਰੇਟ ਨਹੀਂ ਕਰ ਸਕਦੇ। ਤਾਂ ਪਹਿਲੀ ਇੰਪੋਰਟੈਂਸ ਇੱਥੇ ਇਹਦੀ ਇਹ ਬਣ ਜਾਂਦੀ ਹੈ ਕਿ ਆਪਾਂ ਟੀਚਿੰਗ ਨੂੰ ਅਤੇ ਇਵੈਲੂਏਸ਼ਨ ਨੂੰ ਅਲੱਗ-ਅਲੱਗ ਨਹੀਂ ਕਰ ਸਕਦੇ, ਕਿਉਂਕਿ ਅਗਰ ਆਪਾਂ ਟੀਚਿੰਗ ਕਰਾਂਗੇ ਆਪਾਂ ਨੂੰ ਇਹੀ ਨਹੀਂ ਪਤਾ ਹੋਏਗਾ ਕਿ ਬੱਚਾ ਕਿੰਨਾ ਸਿੱਖ ਰਿਹਾ। ਫੋਰ ਐਗਜ਼ਾਮਪਲ ਆਪਾਂ ਇਵੈਲੂਏਸ਼ਨ ਨਹੀਂ ਕਰ ਰਹੇ, ਆਪਾਂ ਇਕੱਲਾ ਸਿਖਾ ਰਹੇ ਹਾਂ, ਪਰ ਆਪਾਂ ਨੂੰ ਪਤਾ ਹੀ ਨਹੀਂ ਲੱਗ ਰਿਹਾ ਕਿ ਬੱਚਾ ਕਿੰਨਾ ਸਿੱਖ ਰਿਹਾ, ਕਿੰਨੇ ਵਧੀਆ ਤਰੀਕੇ ਨਾਲ ਆਪਾਂ ਕਹਿ ਸਕਦੇ ਹਾਂ ਕਿ ਉਸ ਵਿੱਚ ਕੋਈ ਇੰਪਰੂਵਮੈਂਟ ਹੋਈ ਹੈ ਕਿ ਨਹੀਂ। ਇੰਪਰੂਵਮੈਂਟ ਜਾਣਨ ਲਈ ਤਾਂ ਹੀ ਉਸਨੂੰ ਆਪਾਂ ਥੋੜ੍ਹਾ ਜਿਹਾ ਹੋਰ ਅੱਗੇ ਸਟੈਪ ਲੈ ਕੇ ਜਾਵਾਂਗੇ ਨਾ, ਇੰਪਰੂਵਮੈਂਟ ਜਾਣਨ ਲਈ ਕਿ ਇੰਪਰੂਵਮੈਂਟ ਹੋਈ ਹੈ ਕਿ ਨਹੀਂ। ਇਵੈਲੂਏਸ਼ਨ ਬਹੁਤ ਜ਼ਰੂਰੀ ਹੈ, ਇਸ ਲਈ ਆਪਾਂ ਸਾਫ਼ ਸ਼ਬਦਾਂ ਵਿੱਚ ਇਹ ਕਹਿ ਸਕਦੇ ਹਾਂ ਕਿ ਵੀ ਕੈਨ ਨਾਟ ਸੈਪਰੇਟ, ਮਤਲਬ ਆਪਾਂ ਇਹਨਾਂ ਦੋਨਾਂ ਨੂੰ ਅਲੱਗ ਨਹੀਂ ਕਰ ਸਕਦੇ। ਕਿਹਨੂੰ ਨਹੀਂ ਅਲੱਗ ਕਰ ਸਕਦੇ, ਟੀਚਿੰਗ ਨੂੰ ਔਰ ਇਵੈਲੂਏਸ਼ਨ ਨੂੰ। ਕਲੀਅਰ ਇਜ਼ ਇਟ। ਨੈਕਸਟ ਅਗਰ ਆਪਾਂ ਗੱਲ ਕਰੀਏ ਆਊਟਕਮ ਆਫ ਟੀਚਿੰਗ ਲਰਨਿੰਗ ਐਕਟੀਵਿਟੀ, ਹੁਣ ਜੋ ਵੀ ਟੀਚਿੰਗ ਲਰਨਿੰਗ ਐਕਟੀਵਿਟੀਜ਼ ਹੁੰਦੀਆਂ ਨੇ, ਟੀਚਿੰਗ ਜੋ ਟੀਚਰ ਟੀਚ ਕਰ ਰਿਹਾ, ਲਰਨਿੰਗ ਜੋ ਬੱਚੇ ਸਿੱਖ ਰਹੇ ਨੇ, ਉਹਨਾਂ ਦੀ ਇੱਕ ਆਊਟਕਮ ਹੁੰਦੀ ਹੈ ਇਵੈਲੂਏਸ਼ਨ। ਇਵੈਲੂਏਸ਼ਨ ਦੇ ਵਿੱਚ ਫੋਰ ਐਗਜ਼ਾਮਪਲ ਆਪਾਂ ਜ਼ਰੂਰੀ ਨਹੀਂ ਹੈ ਕਿ ਰਿਟਨ ਟੈਸਟ ਹੋਵੇ,
ਹੋਰ ਵੀ ਬਹੁਤ ਸਾਰੀਆਂ ਐਕਟੀਵਿਟੀਜ਼ ਦੇ ਨਾਲ ਆਪਾਂ ਇਹ ਜੱਜ ਕਰ ਸਕਦੇ ਹਾਂ, ਇਵੈਲੂਏਟ ਕਰ ਸਕਦੇ ਹਾਂ ਕਿ ਬੱਚੇ ਨੇ ਕਿੰਨਾ ਸਿੱਖਿਆ ਹੈ। ਠੀਕ ਹੈ, ਤਾਂ ਉਹ ਡਿਫਰੈਂਟ ਟਾਈਪ ਦੇ ਆਪਾਂ ਕਹਿ ਸਕਦੇ ਹਾਂ ਕਿ ਇਵੈਲੂਏਸ਼ਨ ਕਰਨ ਦੇ ਤਰੀਕੇ ਹੁੰਦੇ ਨੇ। ਤਾਂ ਆਊਟਕਮ ਆਫ ਦਾ ਟੀਚਿੰਗ ਲਰਨਿੰਗ ਐਕਟੀਵਿਟੀ ਮਤਲਬ ਜੋ ਟੀਚਰ ਟੀਚ ਕਰ ਰਿਹਾ ਹੈ, ਜੋ ਬੱਚੇ ਸਿੱਖ ਰਹੇ ਨੇ, ਉਸ ਐਕਟੀਵਿਟੀ ਦੀ ਜੋ ਆਊਟਕਮ ਹੈ, ਬੱਚੇ ਨੇ ਕਿੰਨਾ ਸਿੱਖਿਆ ਹੈ, ਟੀਚਰ ਨੇ ਕਿੰਨਾ ਸਿਖਾਇਆ ਹੈ, ਉਹ ਸਭ ਦਾ ਆਊਟਕਮ ਕੀ ਹੁੰਦਾ, ਇਵੈਲੂਏਸ਼ਨ ਹੁੰਦਾ। ਠੀਕ ਹੈ ਜੀ। ਨੈਕਸਟ ਅਗਰ ਆਪਾਂ ਗੱਲ ਕਰੀਏ, ਜੋ ਥਰਡ ਪੁਆਇੰਟ ਹੈ ਕਲਾਸੀਫਿਕੇਸ਼ਨ ਆਫ ਸਟੂਡੈਂਟ। ਆਪਾਂ ਸਟੂਡੈਂਟਸ ਦਾ ਕਲਾਸੀਫਿਕੇਸ਼ਨ ਕਰ ਸਕਦੇ ਹਾਂ ਇਵੈਲੂਏਸ਼ਨ ਦੇ ਵਿੱਚ। ਠੀਕ ਹੈ, ਫੋਰ ਐਗਜ਼ਾਮਪਲ ਆਪਾਂ ਇਵੈਲੂਏਸ਼ਨ ਕੀਤਾ, ਆਪਾਂ ਕਲਾਸ ਦੇ ਵਿੱਚ ਫੋਰ ਐਗਜ਼ਾਮਪਲ ਇੱਕ ਨਿਊ ਕਲਾਸ ਦੇ ਵਿੱਚ ਆਪਾਂ ਟੀਚ ਕਰ ਰਹੇ ਹਾਂ, ਆਪਾਂ ਨੂੰ ਕਿਸੇ ਬੱਚੇ ਬਾਰੇ ਕੋਈ ਵੀ ਨੌਲੇਜ ਨਹੀਂ ਹੈ ਕਿ ਕੌਣ ਬੱਚਾ ਅੱਛਾ ਸਟੱਡੀ ਦੇ ਵਿੱਚ ਹੈ, ਜਾਂ ਜਿਸ ਨੂੰ ਕਿਹੜੇ ਬੱਚੇ ਨੂੰ ਜ਼ਿਆਦਾ ਮਿਹਨਤ ਦੀ ਲੋੜ ਹੈ। ਠੀਕ ਹੈ, ਜੋ ਕਿਹੜਾ ਬੱਚਾ ਹੈ ਜੋ ਦੋਨਾਂ ਦੇ ਵਿਚਕਾਰ ਜਾਂ ਮਤਲਬ ਐਵਰੇਜ ਦੇ ਵਿੱਚ ਆਉਂਦਾ ਹੈ। ਤਾਂ ਆਪਾਂ ਕੀ ਕਰਾਂਗੇ, ਸਟਾਰਟਿੰਗ ਦੇ ਵਿੱਚ ਇੱਕ ਇਵੈਲੂਏਸ਼ਨ ਜਾਂ ਫਿਰ ਆਪਾਂ ਕਹਿ ਸਕਦੇ ਹਾਂ ਇੱਕ ਥੋੜ੍ਹਾ ਜਿਹਾ ਔਰਲ ਟੈਸਟ ਜਾਂ ਜੇਕੇ ਦੇ ਨਾਲ ਇੰਪਰੂਵਮੈਂਟ ਆਪਾਂ ਕਹਿ ਸਕਦੇ ਇੱਕ ਇਵੈਲੂਏਟ ਕਰ ਲੈਂਦੇ ਹਾਂ ਥੋੜ੍ਹਾ ਜਿਹਾ। ਰਿਟਨ ਟੈਸਟ ਵੀ ਹੋ ਸਕਦਾ, ਔਰਲ ਵੀ ਹੋ ਸਕਦਾ, ਕੋਈ ਐਕਟੀਵਿਟੀ ਦੇ ਥਰੂ ਵੀ ਹੋ ਸਕਦਾ। ਮਤਲਬ ਇੱਕ ਟੈਸਟ ਦੇ ਥਰੂ ਆਪਾਂ ਥੋੜ੍ਹਾ ਜਿਹਾ ਦੇਖ ਲੈਂਦੇ ਹਾਂ ਕਿ ਬੱਚੇ ਕਿਸ ਲੈਵਲ ਦੇ ਨੇ। ਠੀਕ ਹੈ ਜੀ, ਮਤਲਬ ਉਹਨਾਂ ਦੇ ਵਿੱਚ ਇੰਟੈਲੀਜੈਂਟ ਬੱਚੇ ਕਿਹੜੇ ਨੇ, ਜਿਨ੍ਹਾਂ ਦੇ ਉੱਪਰ ਆਪਾਂ ਕਹਿ ਸਕਦੇ ਹਾਂ ਕਿ ਘੱਟ ਮਿਹਨਤ ਦੀ ਲੋੜ ਹੈ। ਠੀਕ ਹੈ ਜੀ, ਜੋ ਬੱਚੇ ਖੁਦ ਜ਼ਿਆਦਾ ਐਕਟਿਵ ਨੇ ਜਾਂ ਇੰਟੈਲੀਜੈਂਟ ਨੇ। ਠੀਕ ਹੈ, ਉਹਨਾਂ ਦੇ ਵਿੱਚ ਐਵਰੇਜ ਬੱਚੇ ਨੇ। ਠੀਕ ਹੈ, ਉਹਨਾਂ ਨੂੰ ਆਪਾਂ ਜੱਜ ਦੇਖ ਸਕਦੇ ਹਾਂ। ਔਰ ਉਹਨਾਂ ਦੇ ਵਿੱਚੋਂ ਅਗਰ ਆਪਾਂ ਗੱਲ ਕਰੀਏ ਕਿ ਪੂਅਰ ਬੱਚੇ, ਜਿਨ੍ਹਾਂ ਉੱਪਰ ਜ਼ਿਆਦਾ ਮਿਹਨਤ ਕਰਨ ਦੀ ਲੋੜ ਹੈ, ਉਹ ਬੱਚੇ ਕਿਹੜੇ ਨੇ। ਤਾਂ ਉਹਨਾਂ ਤਿੰਨਾਂ ਨੂੰ ਆਪਾਂ ਸੈਪਰੇਟ ਕਰ ਸਕਦੇ ਹਾਂ ਬਾਏ ਦ ਹੈਲਪ ਆਫ ਇਵੈਲੂਏਸ਼ਨ। ਠੀਕ ਹੈ, ਜੇਕਰ ਆਪਾਂ ਉਹਨਾਂ ਨੂੰ ਚੈੱਕ ਨਹੀਂ ਕਰਾਂਗੇ, ਟੈਸਟ ਨਹੀਂ ਕਰਾਂਗੇ, ਤਾਂ ਆਪਾਂ ਇਹਨੂੰ ਕਿਵੇਂ ਪਤਾ ਲੱਗੇਗਾ ਕਿ ਕਿਹੜਾ ਬੱਚਾ ਇੰਟੈਲੀਜੈਂਟ ਹੈ, ਜੋ ਕੌਣ ਐਵਰੇਜ ਹੈ, ਜੋ ਜਿਹਦੇ ਉੱਪਰ ਜ਼ਿਆਦਾ ਮਿਹਨਤ ਦੀ ਲੋੜ ਹੈ। ਤਾਂ ਇਹਨਾਂ ਤਿੰਨ ਇਵੈਲੂਏਸ਼ਨ ਦੀ ਮਦਦ ਨਾਲ ਆਪਾਂ ਕੀ ਕਰ ਸਕਦੇ ਹਾਂ, ਬੱਚਿਆਂ ਦਾ ਕਲਾਸੀਫਿਕੇਸ਼ਨ ਕਰ ਸਕਦੇ ਹਾਂ। ਉਹਨਾਂ ਨੂੰ ਇੱਕ ਤਰੀਕੇ ਨਾਲ, ਇਸ ਤਰੀਕੇ ਨਾਲ ਆਪਾਂ ਕਹਿ ਸਕਦੇ ਹਾਂ ਕਿ ਅਗਰ ਆਪਾਂ ਨੂੰ ਪਤਾ ਲੱਗ ਜਾਏਗਾ ਕਿ ਇਸ ਕਲਾਸ ਦੇ ਵਿੱਚ ਇੰਨੇ ਬੱਚੇ ਇੰਟੈਲੀਜੈਂਟ ਹਨ। ਠੀਕ ਹੈ, ਔਰ ਇੰਨੇ ਬੱਚੇ ਉੱਪਰ ਜ਼ਿਆਦਾ ਹੈਲਪ ਦੀ ਲੋੜ ਹੈ, ਜ਼ਿਆਦਾ ਉਹਨਾਂ ਨੂੰ ਮਦਦ ਦੀ ਲੋੜ ਹੈ, ਇੰਨੇ ਬੱਚੇ ਪੂਅਰ ਹਨ, ਜਾਂ ਫਿਰ ਇੰਨੇ ਬੱਚੇ ਐਵਰੇਜ ਹਨ, ਤਾਂ ਬਿਲਕੁਲ ਉਸੇ ਤਰੀਕੇ ਨਾਲ ਜੋ ਹੈ ਲਰਨਿੰਗ ਕਰਵਾਈ ਜਾਏਗੀ। ਔਰ ਓਨਾ ਹੀ ਜ਼ਿਆਦਾ ਇੰਪਰੂਵਮੈਂਟ ਹੈ ਜੋ ਆਪਾਂ ਇਹ ਕਹਿ ਸਕਦੇ ਹਾਂ ਕਿ ਬੱਚਿਆਂ ਨੂੰ ਸਿਖਾਉਣ ਦੇ ਵਿੱਚ ਦੇਖਣ ਨੂੰ ਮਿਲੇਗਾ। ਉਮੀਦ ਹੈ ਇਹ ਪੂਰਾ ਦਾ ਪੂਰਾ ਪੁਆਇੰਟ ਤੁਹਾਨੂੰ ਕਲੀਅਰ ਹੋ ਗਿਆ ਹੋਵੇਗਾ ਕਿ ਇਵੈਲੂਏਸ਼ਨ ਦੀ ਮਦਦ ਨਾਲ ਆਪਾਂ ਕਲਾਸੀਫਿਕੇਸ਼ਨ ਕਰ ਸਕਦੇ ਹਾਂ ਅਲੱਗ-ਅਲੱਗ ਦੇ ਵਿੱਚ ਬੱਚਿਆਂ ਦਾ। ਆਪਾਂ ਇੱਦਾਂ ਉਹਨਾਂ ਦੇ ਗਰੁੱਪਸ ਨਹੀਂ ਬਣਾਉਣੇ, ਮਤਲਬ ਆਪਣੇ ਮਾਈਂਡ ਦੇ ਵਿੱਚ ਆਪਾਂ ਰੱਖ ਸਕਦੇ ਕਿ ਹਾਂਜੀ ਇਹ ਬੱਚਾ ਜੋ ਹੈ ਇਸ ਦੇ ਉੱਪਰ ਜ਼ਿਆਦਾ ਮਿਹਨਤ ਕਰਨੀ ਚਾਹੀਦੀ ਹੈ। ਠੀਕ ਹੈ, ਅਤੇ ਉਹ ਸਾਰਾ ਕੁਛ ਕਿਹਦੀ ਮਦਦ ਨਾਲ ਹੋ ਸਕਦਾ, ਇਵੈਲੂਏਸ਼ਨ ਦੀ ਮਦਦ ਨਾਲ ਹੋ ਸਕਦਾ। ਨੈਕਸਟ ਅਗਰ ਆਪਾਂ ਗੱਲ ਕਰੀਏ, ਐਕਸਪੈਰੀਮੈਂਟਲ ਟੀਚਿੰਗ ਹੋ ਸਕਦੀ ਹੈ। ਠੀਕ ਹੈ, ਐਕਸਪੈਰੀਮੈਂਟਲ ਦਾ ਮਤਲਬ ਹੋ ਗਿਆ ਕਿ ਆਪਾਂ ਐਕਸਪੈਰੀਮੈਂਟ ਕਰਕੇ ਦੇਖ ਸਕਦੇ ਹਾਂ ਕਿ ਮੈਨੇ ਸਭ ਤੋਂ ਪਹਿਲਾਂ ਕਲਾਸ ਦੇ ਵਿੱਚ, ਜਿਵੇਂ ਆਪਾਂ ਹੁਣੀ ਦੱਸਿਆ ਕਿ ਲੈਟ ਕਰ ਲਓ ਤੁਸੀਂ ਇੱਕ ਨਵੀਂ ਕਲਾਸ ਦੇ ਵਿੱਚ ਜਾਂਦੇ ਹੋ, ਤੁਹਾਨੂੰ ਕਿਸੇ ਵੀ ਬੱਚੇ ਬਾਰੇ ਕੋਈ ਵੀ ਨੌਲੇਜ ਨਹੀਂ ਹੈ, ਬਿਲਕੁਲ ਨਿਊ ਕਲਾਸ ਹੈ ਤੁਹਾਡੇ ਲਈ, ਅਤੇ ਤੁਸੀਂ ਉੱਥੇ ਇੱਕ ਟੈਸਟ ਲੈਂਦੇ ਹੋ ਜਾਂ ਔਰਲ ਜਾਂ ਜਿਵੇਂ ਵੀ ਤੁਹਾਨੂੰ ਠੀਕ ਲੱਗਦਾ, ਕੋਈ ਐਕਟੀਵਿਟੀ ਕਰਵਾ ਕੇ ਦੇਖਦੇ ਹੋ। ਤਾਂ ਤੁਸੀਂ ਦੇਖਦੇ ਹੋ ਕਿ ਤੁਹਾਡਾ ਉਸ ਤੋਂ ਬਾਅਦ ਕੀ ਆਇਆ ਰਿਜ਼ਲਟ। ਜਦੋਂ ਤੁਸੀਂ ਓਵਰਆਲ ਕਲਾਸ ਦਾ ਸਭ ਤੋਂ ਪਹਿਲਾਂ ਟੈਸਟ ਲਿਆ ਤਾਂ 45% ਬੱਚੇ ਸੀ ਸਿਰਫ ਪਾਸ ਹੋਏ ਨੇ ਜੋ। ਠੀਕ ਹੈ, ਤਾਂ ਸਭ ਤੋਂ ਪਹਿਲਾਂ ਤੁਸੀਂ ਦੇਖ ਰਹੇ ਹੋ ਕਿ ਇਹ ਚੀਜ਼ ਹੁੰਦੀ ਹੈ। ਤਾਂ ਤੁਸੀਂ ਆਪਣੀ ਟੀਚਿੰਗ ਕਰਵਾਉਂਦੇ ਹੋ, ਵਧੀਆ ਤਰੀਕੇ ਨਾਲ ਇਵੈਲੂਏਸ਼ਨ ਕਰਦੇ ਹੋ। ਠੀਕ ਹੈ, ਸਭ ਤੋਂ ਸਾਰਾ ਕੁਛ ਸਿਖਾਉਣ ਤੋਂ ਬਾਅਦ ਤੁਸੀਂ ਲੈਟ ਕਰ ਲਓ ਤੁਸੀਂ ਇੱਕ ਮੈਥਡ ਨੂੰ ਅਪਲਾਈ ਕਰਦੇ ਹੋ ਆਪਣੀ ਟੀਚਿੰਗ ਕਰਵਾਉਣ ਲਈ। ਠੀਕ ਹੈ, ਮੈਥਡ ਏ ਨੂੰ ਅਪਲਾਈ ਕਰਦੇ ਹੋ। ਠੀਕ ਹੈ, ਕੋਈ ਵੀ ਤੁਹਾਡੇ ਮਾਈਂਡ ਦੇ ਵਿੱਚ ਅੱਛੀ ਟੈਕਨੀਕ ਹੋਏਗੀ ਕਿ ਇਸ ਤਰੀਕੇ ਨਾਲ ਬੱਚੇ ਨੂੰ ਪੜ੍ਹਾਉਣਾ ਚਾਹੀਦਾ ਹੈ, ਤੁਸੀਂ ਉਸ ਨੂੰ ਮੈਥਡ ਏ ਦਾ ਨਾਮ ਦੇ ਕੇ ਉਸ ਨੂੰ ਅਪਲਾਈ ਕਰਦੇ ਹੋ, ਬੱਚੇ ਨੂੰ ਉਸੇ ਤਰੀਕੇ ਨਾਲ ਪੜ੍ਹਾਉਂਦੇ ਹੋ। ਤਾਂ ਤੁਸੀਂ ਚੈੱਕ ਕਰਦੇ ਹੋ ਕਿ 65% ਬੱਚੇ ਨੇ ਜੋ ਉਹ ਕੀ ਹੋਏ ਨੇ, ਪਾਸ ਹੋਏ ਨੇ, ਮਤਲਬ ਥੋੜ੍ਹਾ ਜਿਹਾ ਇੰਪਰੂਵਮੈਂਟ ਹੋਇਆ ਹੈ। ਬਟ ਆਪਾਂ ਨੂੰ ਸਿਰਫ ਇੰਨਾ ਕੁ ਸਫੀਸ਼ੀਐਂਟ ਨਹੀਂ ਹੈ, ਆਪਣੇ ਜੋ ਬਾਕੀ ਦੇ ਬੱਚੇ ਨੇ ਉਹਨਾਂ ਵੱਲ ਵੀ ਪੂਰਾ ਕੰਸਨਟਰੇਟ ਕਰਨਾ ਹੈ। ਠੀਕ ਹੈ, ਤਾਂ ਤੁਸੀਂ ਇੱਕ ਹੋਰ ਮੈਥਡ ਜੋ ਹੈ ਮੈਥਡ ਏ ਦੀ ਜਗ੍ਹਾ ਫਿਰ ਤੁਸੀਂ ਮੈਥਡ ਬੀ ਦਾ ਅਪਲਾਈ ਕਰਦੇ ਹੋ ਕਿ ਅਗਰ ਇਸ ਤਰੀਕੇ ਨਾਲ ਬੱਚਿਆਂ ਦੇ ਵਿੱਚ ਜੋ ਇੰਪਰੂਵਮੈਂਟ ਉਹ ਥੋੜ੍ਹੀ ਹੋਈ ਹੈ, ਤਾਂ ਸ਼ਾਇਦ ਇਸ ਮੈਥਡ ਨਾਲ ਥੋੜ੍ਹੀ ਜ਼ਿਆਦਾ ਹੋਵੇ। ਜੋ ਤੁਸੀਂ ਮੈਥਡ ਬੀ ਅਪਲਾਈ ਕਰਦੇ ਹੋ, ਉਸ ਤੋਂ ਬਾਅਦ ਇਵੈਲੂਏਸ਼ਨ ਕਰਕੇ ਦੇਖਦੇ ਹੋ, ਉਸ ਤੋਂ ਬਾਅਦ ਟੈਸਟ ਲੈ ਕੇ ਦੇਖਦੇ ਹੋ, ਤਾਂ ਤੁਸੀਂ ਦੇਖਦੇ ਹੋ ਕਿ 90% ਦੇ ਨੀਅਰ ਅਬਾਊਟ ਬੱਚੇ ਨੂੰ ਜੋ ਕਲੀਅਰ ਕਰ ਦਿੰਦੇ ਨੇ ਆਪਣੇ ਜੋ ਵੀ ਉਹਨਾਂ ਦਾ ਟੈਸਟ ਹੈ, ਜਾਂ ਫਿਰ ਆਪਾਂ ਕਹਿ ਸਕਦੇ ਕਿ ਪਾਸ ਹੋ ਜਾਂਦੇ ਨੇ। ਤਾਂ ਇੱਥੇ ਕੀ ਹੁੰਦਾ, ਇੱਕ ਤਰੀਕੇ ਨਾਲ ਐਕਸਪੈਰੀਮੈਂਟਲ ਟੀਚਿੰਗ ਇਹ ਹੋ ਜਾਂਦੀ ਹੈ ਕਿ ਇਵੈਲੂਏਸ਼ਨ ਦੀ ਮਦਦ ਨਾਲ, ਟੈਸਟ ਦੀ ਮਦਦ ਨਾਲ, ਐਕਟੀਵਿਟੀਜ਼ ਦੇ ਵਿੱਚ ਜਾਂ ਔਰਲ ਟੈਸਟ ਹੋ ਗਿਆ, ਤਾਂ ਕਿਸੇ ਤਰੀਕੇ ਦੇ ਵੀ ਇਵੈਲੂਏਸ਼ਨ ਦੀ ਮਦਦ ਨਾਲ ਤੁਸੀਂ ਕੀ ਕਰ ਸਕਦੇ ਹੋ, ਇੱਕ ਚੈੱਕ ਕਰ ਸਕਦੇ ਹੋ ਕਿ ਕਿਹੜਾ ਮੈਥਡ ਬੈਸਟ ਹੈ। ਹੁਣ ਤੁਸੀਂ ਇਹ ਚੀਜ਼ ਸਮਝ ਗਏ ਕਿ ਜੋ ਮੈਥਡ ਬੀ ਹੈ ਉਹ ਇਸ ਕਲਾਸ ਦੇ ਲਈ ਬਿਲਕੁਲ ਬੈਸਟ ਹੈ। ਇਸ ਮੈਥਡ ਨਾਲ ਅਗਰ ਟੀਚਿੰਗ ਕਰਵਾਈ ਜਾਏਗੀ ਤਾਂ ਬੱਚੇ ਬਹੁਤ ਜ਼ਿਆਦਾ ਇੰਟਰਸਟ ਲੈ ਕੇ ਸਿੱਖਦੇ ਨੇ, ਜਿਹੜੇ ਕਿ ਸਾਰਿਆਂ ਲਈ ਕੀ ਹੋਏਗਾ, ਹੈਲਪਫੁਲ ਹੋਏਗਾ। ਕਲੀਅਰ, ਤਾਂ ਤੁਸੀਂ ਅੱਜ ਤੋਂ ਬਾਅਦ ਜਦੋਂ ਵੀ ਇਸ ਕਲਾਸ ਨੂੰ ਟੀਚ ਕਰੋਗੇ ਤਾਂ ਮੈਥਡ ਬੀ ਨੂੰ ਯੂਜ਼ ਕਰੋਗੇ। ਤਾਂ ਇਸ ਤਰੀਕੇ ਨਾਲ ਐਕਸਪੈਰੀਮੈਂਟਲ ਟੀਚਿੰਗ ਮਤਲਬ ਤੁਸੀਂ ਐਕਸਪੈਰੀਮੈਂਟ ਕਰਕੇ ਦੇਖ ਸਕਦੇ ਹੋ। ਅਤੇ ਇਹ ਕਿਹਦੀ ਹੈਲਪ ਆਪਾਂ ਕਹਿ ਸਕਦੇ ਹਾਂ ਕਿ ਐਕਸਪੈਰੀਮੈਂਟਲ ਟੀਚਿੰਗ ਕਿਵੇਂ ਹੋ ਸਕਦੀ ਹੈ, ਇਵੈਲੂਏਸ਼ਨ ਦੇ ਨਾਲ ਹੀ ਆਪਾਂ ਨੂੰ ਪਤਾ ਲੱਗ ਸਕਦਾ ਕਿ ਕਿਹੜਾ ਮੈਥਡ ਬੈਸਟ ਹੈ ਜਾਂ ਕਿਹੜਾ ਨਹੀਂ। ਠੀਕ ਹੈ ਜੀ, ਉਮੀਦ ਹੈ ਇਹ ਪੁਆਇੰਟ ਵੀ ਤੁਹਾਨੂੰ ਕੀ ਹੋ ਗਿਆ ਹੋਏਗਾ, ਕਲੀਅਰ ਹੋ ਗਿਆ ਹੋਏਗਾ। ਨੈਕਸਟ ਅਗਰ ਆਪਾਂ ਗੱਲ ਕਰੀਏ ਤਾਂ ਅਗਲਾ ਪੁਆਇੰਟ ਕੀ ਹੈ ਤੁਹਾਡੇ ਕੋਲੇ, ਨੈਕਸਟ ਇਜ਼ ਫਾਈਂਡਿੰਗ ਡਿਫੀਕਲਟ ਏਰੀਆ ਆਫ ਸਿਲੇਬਸ।
ਹੁਣ ਇਵੈਲੂਏਸ਼ਨ ਕਰਦੇ ਹੋਏ ਤਾਂ ਸਾਨੂੰ ਇਹ ਪਤਾ ਲੱਗ ਜਾਂਦਾ ਕਿ ਏਰੀਆ ਜੋ ਸਿਲੇਬਸ ਹੈ ਆਪਣਾ ਉਸ ਦੇ ਵਿੱਚ ਡਿਫੀਕਲਟ ਏਰੀਆ ਕਿਹੜਾ ਹੈ, ਡਿਫੀਕਲਟ ਪਾਰਟ ਕਿਹੜਾ ਹੈ। ਫੋਰ ਐਗਜ਼ਾਮਪਲ ਚੈਪਟਰ ਹੈ, ਉਸ ਦੇ ਵਿੱਚ ਜੋ ਸਭ ਤੋਂ ਡਿਫੀਕਲਟ ਏਰੀਆ ਹੋਏਗਾ, ਜੋ ਸਭ ਤੋਂ ਡਿਫੀਕਲਟ ਪੁਆਇੰਟ ਹੋਏਗਾ, ਜੋ ਪਾਰਟ ਹੋਏਗਾ, ਉਸ ਦੇ ਵਿੱਚ ਕਿਤੇ ਨਾ ਕਿਤੇ ਸਾਰੇ ਬੱਚਿਆਂ ਦੀ ਜੋ ਆਪਾਂ ਕਹਿ ਸਕਦੇ ਹਾਂ ਆਊਟਕਮ ਹੋਏਗੀ ਉਹ ਥੋੜ੍ਹੀ ਹੋਏਗੀ, ਘੱਟ ਹੋਏਗੀ। ਠੀਕ ਹੈ ਜੀ। ਉਹ ਇੰਟੈਲੀਜੈਂਟ ਦੇ ਵਿੱਚ ਵੀ ਆਪਾਂ ਨੂੰ ਥੋੜ੍ਹਾ ਬਹੁਤ ਉਹਦੇ ਵਿੱਚ ਦੇਖਣ ਨੂੰ ਮਿਲੇਗਾ, ਜੋ ਐਵਰੇਜ ਬੱਚੇ ਨੇ ਉਹਨਾਂ ਦੇ ਵਿੱਚ ਵੀ ਔਰ ਪੂਅਰ ਦੇ ਵਿੱਚ ਵੀ। ਤਾਂ ਆਪਾਂ ਜਦੋਂ ਡਿਫੀਕਲਟ ਏਰੀਆ ਫਾਈਂਡ ਕਰ ਲੈਂਦੇ ਹਾਂ, ਆਪਾਂ ਨੂੰ ਪਤਾ ਲੱਗ ਜਾਂਦਾ ਹੈ ਕਿ ਇਹ ਜੋ ਪਾਰਟ ਹੈ ਇਹ ਬੱਚਿਆਂ ਨੂੰ ਡਿਫੀਕਲਟ ਲੱਗ ਰਿਹਾ, ਇੱਥੇ ਬੱਚੇ ਦੀ ਜੋ ਪ੍ਰੋਪਰਲੀ ਲਰਨਿੰਗ ਮਤਲਬ ਉਹਨਾਂ ਨੂੰ ਸਮਝ ਨਹੀਂ ਆ ਰਿਹਾ, ਜਾਂ ਫਿਰ ਕਹਿ ਸਕਦੇ ਹਾਂ ਆਪਾਂ ਉਹਨਾਂ ਦੀ ਆਊਟਕਮ ਅੱਛੀ ਨਹੀਂ ਆ ਰਹੀ, ਤਾਂ ਤੁਸੀਂ ਉੱਥੇ ਕੀ ਕਰ ਸਕਦੇ ਹੋ, ਰੀਮੈਡੀਅਲ ਟੀਚਿੰਗ ਕਰ ਸਕਦੇ ਹੋ। ਠੀਕ ਹੈ। ਉੱਥੇ ਕੀ ਹੁੰਦਾ ਰੀਮੈਡੀਅਲ ਟੀਚਿੰਗ, ਇਹ ਵੀ ਬਹੁਤ ਇੰਪੋਰਟੈਂਟ ਪਾਰਟ ਹੈ ਰੀਮੈਡੀਅਲ ਟੀਚਿੰਗ। ਇਸ ਨੂੰ ਆਪਾਂ ਨੈਕਸਟ ਟੌਪਿਕ ਦੇ ਤੌਰ 'ਤੇ ਪੂਰਾ ਡਿਟੇਲ ਦੇ ਵਿੱਚ ਪੜ੍ਹਾਂਗੇ। ਠੀਕ ਹੈ ਜੀ। ਡਿਫੀਕਲਟ ਏਰੀਆ ਨੂੰ ਮਤਲਬ ਹੁਣ ਇਵੈਲੂਏਸ਼ਨ ਦੇ ਵਿੱਚ ਆਪਾਂ ਸਿਰਫ ਇੰਨਾ ਹੀ ਦੇਖਦੇ ਹਾਂ ਕਿ ਜੋ ਆਪਾਂ ਕਹਿ ਸਕਦੇ ਹਾਂ ਕਿ ਡਿਫੀਕਲਟ ਏਰੀਆ ਨੂੰ ਫਾਈਂਡ ਕਰਕੇ ਉਸ ਨੂੰ ਥੋੜ੍ਹਾ ਜ਼ਿਆਦਾ ਅੱਛੇ ਤਰੀਕੇ ਨਾਲ ਆਪਾਂ ਉਸ ਨੂੰ ਸਟੱਡੀ ਕਰ ਸਕਦੇ ਹਾਂ। ਠੀਕ ਹੈ। ਵਿਚ ਇਜ਼ ਨੋਨ ਐਜ਼ ਰੀਮੈਡੀਅਲ ਟੀਚਿੰਗ। ਤਾਂ ਵੈਸੇ ਵੀ ਆਪਾਂ ਇਸ ਟੌਪਿਕ ਨੂੰ ਪੂਰਾ ਡਿਟੇਲ ਦੇ ਵਿੱਚ ਪੜ੍ਹਾਂਗੇ। ਨੈਕਸਟ ਅਗਰ ਆਪਾਂ ਗੱਲ ਕਰੀਏ ਕੰਪੀਟੀਸ਼ਨ ਹੈ ਜੋ, ਠੀਕ ਹੈ। ਹੁਣ ਕੰਪੀਟੀਸ਼ਨ ਦੇ ਵਿੱਚ ਕੀ ਹੋ ਗਿਆ, ਬੱਚਿਆਂ ਦੇ ਵਿੱਚ ਛੋਟੇ ਛੋਟੇ ਜੋ ਕੰਪੀਟੀਸ਼ਨ ਨੇ ਉਹ ਰੱਖਣੇ ਚਾਹੀਦੇ ਨੇ। ਠੀਕ ਹੈ। ਤਾਂ ਕਿ ਉਹ ਥੋੜ੍ਹਾ ਜਿਹਾ ਹੋਰ ਇੰਟਰਸਟ ਲੈ ਸਕਣ। ਠੀਕ ਹੈ। ਔਰ ਕੰਪੀਟੀਸ਼ਨ ਕਿਹਦਾ ਇੱਕ ਪਾਰਟ ਹੁੰਦਾ, ਇਵੈਲੂਏਸ਼ਨ ਦਾ ਹੀ ਇੱਕ ਪਾਰਟ ਹੁੰਦਾ। ਠੀਕ ਹੈ। ਨੈਕਸਟ ਅਗਰ ਆਪਾਂ ਗੱਲ ਕਰੀਏ ਮੋਟੀਵੇਸ਼ਨ ਉਹਨਾਂ ਨੂੰ, ਹੁਣ ਜਿਵੇਂ ਕੰਪੀਟੀਸ਼ਨ ਕਰਵਾ ਰਹੇ ਹਾਂ ਕੋਈ ਵੀ ਆਪਾਂ ਕਲਾਸ ਦੇ ਵਿੱਚ ਲਗਾ ਲਓ ਜਾਂ ਸਕੂਲ ਦੇ ਵਿੱਚ ਲਗਾ ਲਓ, ਤਾਂ ਉੱਥੇ ਉਹਨਾਂ ਨੂੰ ਪ੍ਰਾਈਜ਼ਸ ਦੇਣਾ। ਜਿਵੇਂ ਜੋ ਫਸਟ ਆਏਗਾ ਉਸ ਨੂੰ ਕੈਸ਼ ਪ੍ਰਾਈਜ਼ ਦਿੱਤਾ ਜਾਏਗਾ, ਜੋ ਸੈਕਿੰਡ ਆਏਗਾ ਉਸ ਨੂੰ ਬੁੱਕਸ ਦਿੱਤੀਆਂ ਜਾਣਗੀਆਂ, ਜੋ ਥਰਡ ਆਏਗਾ ਉਸ ਨੂੰ ਆਪਾਂ ਕਹਿ ਸਕਦੇ ਹਾਂ ਕਿ ਹੋਰ ਕੋਈ ਵੀ ਇਸ ਤਰੀਕੇ ਨਾਲ ਪ੍ਰਾਈਜ਼ ਜੋ ਹੈ ਫਸਟ ਸੈਕਿੰਡ ਥਰਡ ਲਈ ਅਗਰ ਤੁਸੀਂ ਰੱਖੋਗੇ ਤਾਂ ਇਹ ਬੱਚਿਆਂ ਅੰਦਰ ਇੱਕ ਫਿਊਲ ਦਾ ਕੰਮ ਕਰਦੇ ਨੇ। ਫਿਊਲ ਦਾ ਮਤਲਬ ਹੋ ਗਿਆ ਕਿ ਇੱਕ ਮੋਟੀਵੇਸ਼ਨ ਦਾ ਕੰਮ ਕਰਦੇ ਨੇ। ਬੱਚੇ ਮੋਟੀਵੇਟ ਹੁੰਦੇ ਨੇ ਕਿ ਹਾਂਜੀ ਮੈਨੂੰ ਫਸਟ ਪ੍ਰਾਈਜ਼ ਲੈਣਾ, ਮੈਨੇ ਸੈਕਿੰਡ ਲੈਣਾ, ਮੈਨੇ ਮਤਲਬ ਉਹ ਮੋਟੀਵੇਟ ਹੁੰਦੇ ਨੇ ਔਰ ਹੋਰ ਜ਼ਿਆਦਾ ਜਾਣਨ ਲਈ ਆਪਾਂ ਕਹਿ ਸਕਦੇ ਹਾਂ ਕਿ ਪ੍ਰਾਈਜ਼ਸ ਐਜ਼ ਅ ਮੋਟੀਵੇਸ਼ਨ ਉਹਨਾਂ ਨੂੰ ਕੀ ਕਰਦੇ ਨੇ, ਇੱਕ ਫਿਊਲ ਦਾ ਕੰਮ ਕਰਦੇ ਨੇ, ਜਿੱਥੇ ਉਹ ਵਧੀਆ ਤਰੀਕੇ ਨਾਲ ਕੰਪੀਟੀਸ਼ਨ ਦੇ ਵਿੱਚ ਪਾਰਟੀਸਪੇਟ ਕਰਦੇ ਨੇ। ਅਗਰ ਉਹ ਪਾਰਟੀਸਪੇਟ ਕਰਨਗੇ ਤਾਂ ਬਹੁਤ ਜ਼ਿਆਦਾ ਵਧੀਆ ਸਿੱਖਣਗੇ ਔਰ ਕੰਪੀਟੀਸ਼ਨ ਕਿਹਦਾ ਪਾਰਟ ਹੋ ਜਾਂਦਾ, ਇੱਕ ਇਵੈਲੂਏਸ਼ਨ ਦਾ ਹੀ ਪਾਰਟ ਹੋ ਜਾਂਦਾ ਹੈ। ਹੁਣ ਜਦੋਂ ਬੱਚਿਆਂ ਦੇ ਟੈਸਟ ਹੋ ਰਹੇ ਨੇ, ਜੋ ਫਸਟ ਆਏਗਾ ਉਸ ਨੂੰ ਕੈਸ਼ ਪ੍ਰਾਈਜ਼, ਸੈਕਿੰਡ ਆਏਗਾ ਉਸ ਨੂੰ ਬੁੱਕਸ, ਜੋ ਥਰਡ ਆਏਗਾ ਉਸ ਨੂੰ ਹੋਰ ਕੋਈ ਮਤਲਬ ਆਪਾਂ ਇਸ ਤਰੀਕੇ ਨਾਲ ਕੋਈ ਵੀ ਪ੍ਰਾਈਜ਼ਸ ਰੱਖ ਸਕਦੇ ਹਾਂ। ਤਾਂ ਬੱਚੇ ਮੋਟੀਵੇਟ ਹੁੰਦੇ ਨੇ ਕਿ ਮੈਨੇ ਫਸਟ ਆਉਣਾ ਹੈ, ਮੈਨੇ ਪ੍ਰਾਈਜ਼ ਲੈਣਾ ਹੈ, ਇਸ ਤਰੀਕੇ ਨਾਲ। ਠੀਕ ਹੈ। ਐਜ਼ ਅ ਮੋਟੀਵੇਸ਼ਨ ਉਹਨਾਂ ਦੇ ਅੰਦਰ ਇਹ ਚੀਜ਼ ਦੇਖਣ ਨੂੰ ਮਿਲਦੀ ਹੈ, ਫਿਊਲ ਦਾ ਕੰਮ ਕਰਦੇ ਨੇ ਇੱਕ ਤਰੀਕੇ ਨਾਲ। ਉਸ ਤੋਂ ਬਾਅਦ ਆ ਜਾਂਦਾ ਚੂਜ਼ਿੰਗ ਰੀਮੀਡੀਅਲ ਏਰੀਆ। ਉਹੀ ਰੀਮੀਡੀਅਲ ਟੀਚਿੰਗ ਦੀ ਗੱਲ ਆ ਗਈ। ਠੀਕ ਹੈ। ਮਤਲਬ ਉਹੀ ਆਪਾਂ ਕਹਿ ਸਕਦੇ ਹਾਂ ਕਿ ਡਿਫੀਕਲਟ ਏਰੀਆ ਹੈ ਉਸ ਨੂੰ ਚੂਜ਼ ਕਰ ਲੈਣਾ ਅਤੇ ਉਸ ਤੋਂ ਬਾਅਦ ਉਹਨਾਂ ਦੀ ਹੋਰ ਜ਼ਿਆਦਾ ਡਿਟੇਲ ਦੇ ਵਿੱਚ ਸਟੱਡੀ ਕਰਵਾਉਣਾ। ਠੀਕ ਹੈ। ਤਾਂ ਇਹ ਸਾਰਾ ਕੁਛ ਆ ਗਿਆ। ਇਹ ਤਾਂ ਸੀ ਜੀ ਇੰਪੋਰਟੈਂਸ ਆਫ ਇਵੈਲੂਏਸ਼ਨ, ਇਵੈਲੂਏਸ਼ਨ ਦੀ ਕੀ ਇੰਪੋਰਟੈਂਸ ਹੈ। ਨੈਕਸਟ ਅਗਰ ਆਪਾਂ ਗੱਲ ਕਰੀਏ, ਹੁਣ ਇਵੈਲੂਏਸ਼ਨ ਕੀ ਹੁੰਦਾ, ਇਵੈਲੂਏਸ਼ਨ ਇੱਕ ਤਰੀਕੇ ਦਾ ਟੈਸਟ ਹੁੰਦਾ। ਠੀਕ ਹੈ। ਹੁਣ ਫੋਰ ਐਗਜ਼ਾਮਪਲ ਆਪਾਂ ਕਲਾਸ ਦੇ ਵਿੱਚ ਜਾ ਰਹੇ ਹਾਂ, ਇਵੈਲੂਏਟ ਕਰ ਰਹੇ ਹਾਂ ਬੱਚਿਆਂ ਨੂੰ, ਆਪਾਂ ਟੈਸਟ ਲੈ ਰਹੇ ਹਾਂ। ਬਟ ਹੁਣ ਟੈਸਟ ਕੀ ਆ, ਉਸ ਦੀਆਂ ਵੀ ਕੁਛ ਕੁਆਲਿਟੀਜ਼ ਹੁੰਦੀਆਂ ਨੇ। ਐਵੇਂ ਨਹੀਂ ਹੈ ਕਿ ਆਪਾਂ ਕੁਛ ਵੀ ਲਿਖਤਾ। ਫੋਰ ਐਗਜ਼ਾਮਪਲ ਆਪਾਂ ਬੱਚਿਆਂ ਨੂੰ ਟੈਸਟ ਕਿਸੇ ਹੋਰ ਆਪਾਂ ਕਹਿ ਸਕਦੇ ਹਾਂ ਚੈਪਟਰ ਦਾ ਦਿੱਤਾ ਸੀ ਬਟ ਆਪਾਂ ਕੁਛ ਹੋਰ ਲੈ ਰਹੇ ਹਾਂ, ਜਾਂ ਫਿਰ ਆਪਾਂ ਨੇ ਕੋਈ ਹੋਰ ਐਕਟੀਵਿਟੀ ਕਰਵਾਈ ਸੀ ਆਪਾਂ ਉਸ ਤੋਂ ਕਰਵਾ ਕੇ ਕੁਛ ਹੋਰ ਦੇਖ ਰਹੇ ਹਾਂ। ਠੀਕ ਹੈ। ਤਾਂ ਐਵੇਂ ਨਹੀਂ ਹੋਣਾ ਚਾਹੀਦਾ। ਹਰ ਇੱਕ ਟੈਸਟ ਦੀਆਂ ਕਿ ਹੋਣੀਆਂ ਚਾਹੀਦੀਆਂ ਨੇ, ਇੱਕ ਗੁੱਡ ਕੁਆਲਿਟੀਜ਼ ਹੋਣੀਆਂ ਚਾਹੀਦੀਆਂ ਨੇ ਜੋ ਕਿ ਹਰ ਇੱਕ ਟੈਸਟ ਦੇ ਵਿੱਚ ਕੰਪਲੀਟਲੀ ਹੋਣੀਆਂ ਚਾਹੀਦੀਆਂ ਨੇ। ਫੋਰ ਐਗਜ਼ਾਮਪਲ ਐਗਜ਼ਾਮ ਪੈਟਰਨ, ਰਾਈਟ। ਤਾਂ ਉਹ ਵੀ ਕੀ ਹੁੰਦਾ, ਇੱਕ ਇਵੈਲੂਏਸ਼ਨ ਹੀ ਹੁੰਦਾ। ਅਤੇ ਉਸ ਨੂੰ ਦੇਖਦੇ ਕਿਵੇਂ ਦਾ ਹੋਣਾ ਚਾਹੀਦਾ, ਇੱਕ ਗੁੱਡ ਟੈਸਟ ਆਫ ਟਫ ਟੋਪਿਕ ਓਨਲੀ। ਠੀਕ ਹੈ। ਅਤੇ ਜਿਹੜੇ ਬੱਚਿਆਂ ਦੇ ਵਿੱਚ ਬੱਚਿਆਂ ਨੂੰ ਐਵੇਂ ਲੱਗਦਾ ਕਿ ਇਹ ਟੋਪਿਕ ਟਫ ਹੈ, ਉਸ ਦਾ ਬਾਰ ਕੀ ਲੈਣਾ ਚਾਹੀਦਾ, ਟੈਸਟ ਲੈਣਾ ਚਾਹੀਦਾ, ਤਾਂ ਕਿ ਬੱਚੇ ਉਸ ਉੱਪਰ ਜ਼ਿਆਦਾ ਥੋੜ੍ਹਾ ਵਰਕ ਕਰਨ। ਕਿਉਂਕਿ ਜੋ ਈਜ਼ੀ ਹੈ ਉਹ ਬੱਚੇ ਈਜ਼ੀਲੀ ਕਰ ਲੈਂਦੇ ਨੇ, ਉਹਨਾਂ ਦਾ ਵੀ ਟੈਸਟ ਜ਼ਰੂਰੀ ਹੈ। ਠੀਕ ਹੈ। ਬਟ ਟਫ ਟੋਪਿਕ ਓਨਲੀ ਆਪਾਂ ਇਹ ਕਹਿ ਸਕਦੇ ਹਾਂ ਕਿ ਈਜ਼ੀ ਦਾ ਵੀ ਜ਼ਰੂਰੀ ਹੈ ਔਰ ਟਫ ਦੇ ਉੱਪਰ ਥੋੜ੍ਹਾ ਜਿਹਾ ਜ਼ਿਆਦਾ ਆਪਾਂ ਕਹਿ ਸਕਦੇ ਕੌਨਸਨਟਰੇਟ ਕਰਨਾ ਚਾਹੀਦਾ, ਤਾਂ ਕਿ ਸਾਰੇ ਬੱਚੇ ਉਸ ਨੂੰ ਜ਼ਿਆਦਾ ਥੋੜ੍ਹਾ ਹਾਰਡ ਵਰਕ ਕਰਕੇ ਉਸ ਨੂੰ ਕੰਪਲੀਟ। ਨਹੀਂ ਤਾਂ ਮੋਸਟਲੀ ਕੀ ਹੁੰਦਾ ਕਿ ਟਫ ਹੋਣ ਕਰਕੇ ਬੱਚੇ ਸਕਿਪ ਕਰ ਦਿੰਦੇ ਨੇ, ਤਾਂ ਇਹੋ ਜਿਹੀ ਚੀਜ਼ ਨਹੀਂ ਹੋਣੀ ਚਾਹੀਦੀ। ਠੀਕ ਹੈ। ਨੈਕਸਟ ਅਗਰ ਆਪਾਂ ਗੱਲ ਕਰੀਏ ਚੈੱਕ ਆਲ 4 ਲੈਂਗੁਏਜ ਸਕਿੱਲ, ਤਾਂ ਚਾਰੋਂ ਲੈਂਗੁਏਜ ਸਕਿੱਲ ਜਦੋਂ ਵੀ ਆਪਾਂ ਕੋਈ ਟੈਸਟ ਲੈ ਰਹੇ ਹਾਂ ਜਾਂ ਕੋਈ ਵੀ ਐਗਜ਼ਾਮ ਲੈ ਰਹੇ ਹਾਂ ਤਾਂ ਉਹਦੇ ਵਿੱਚ ਇਸ ਚੀਜ਼ ਦਾ ਧਿਆਨ ਰੱਖਣਾ ਚਾਹੀਦਾ ਹੈ ਕਿ ਬੱਚੇ ਦੀਆਂ ਚਾਰੋਂ ਲੈਂਗੁਏਜ ਸਕਿੱਲ ਨੇ ਜਿਹੜੀਆਂ। ਹੁਣ ਲੈਂਗੁਏਜ ਸਕਿੱਲ ਕਿਹੜੀਆਂ ਨੇ, ਸਭ ਤੋਂ ਪਹਿਲਾਂ ਬੱਚਾ ਲਿਸਨਿੰਗ ਕਰਦਾ। ਠੀਕ ਹੈ। ਲਿਸਨਿੰਗ, ਸਪੀਕਿੰਗ। ਠੀਕ ਹੈ ਜੀ। ਉਸ ਤੋਂ ਬਾਅਦ ਆ ਜਾਂਦੀ ਹੈ ਰੀਡਿੰਗ, ਉਸ ਤੋਂ ਬਾਅਦ ਆ ਜਾਂਦੀ ਹੈ ਰਾਈਟਿੰਗ। ਤਾਂ ਇਹ ਚਾਰੋਂ ਜੋ ਉਸਦੀਆਂ ਸਕਿੱਲਸ ਨੇ ਉਹ ਆਪਾਂ ਚੈੱਕ ਕਰਨੀਆਂ ਨੇ। ਫੋਰ ਐਗਜ਼ਾਮਪਲ ਲਿਸਨਿੰਗ ਹੈ। ਠੀਕ ਹੈ। ਆਪਾਂ ਅਗਰ ਕੋਈ ਟੈਸਟ ਲੈ ਰਹੇ ਹਾਂ ਤਾਂ ਉਸਦੇ ਵਿੱਚ ਬੱਚੇ ਦੀ ਲਿਸਨਿੰਗ, ਬੱਚਾ ਸੁਣ ਰਿਹਾ ਪ੍ਰੋਪਰ। ਜਿਵੇਂ ਫੋਰ ਐਗਜ਼ਾਮਪਲ ਕਿਤੇ ਨਾ ਕਿਤੇ ਟੈਸਟ ਦੇ ਵਿੱਚ ਇੱਕ ਡਿਕਟੇਸ਼ਨ ਦਾ ਪਾਰਟ ਐਡ ਕਰਤਾ, ਜਿਹਦੇ ਵਿੱਚ ਆਪਾਂ ਬੋਲ ਰਹੇ ਹਾਂ ਔਰ ਬੱਚਾ ਕੀ ਕਰ ਰਿਹਾ, ਵਰਡਿੰਗ ਨੂੰ ਸੁਣ ਕੇ ਲਿਖ ਰਿਹਾ। ਤਾਂ ਉੱਥੇ ਉਸਦੀ ਕਿਹੜੀ ਸਕਿੱਲ ਦਾ ਚੈੱਕ ਹੋ ਰਿਹਾ, ਲਿਸਨਿੰਗ ਚੈੱਕ ਹੋ ਰਹੀ ਹੈ। ਠੀਕ ਹੈ। ਸਪੀਕਿੰਗ
ਔਰਲ ਟੈਸਟ ਲੈ ਰਹੇ ਹਾਂ ਜਿਹਦੇ ਵਿੱਚ ਉਹਨਾਂ ਦੀ ਜੀਕੇ ਦੇ ਨਾਲ ਨਾਲ ਉਹਨਾਂ ਦੀ ਸਪੀਕਿੰਗ ਵੀ ਚੈੱਕ ਹੋ ਰਹੀ ਹੈ, ਰੀਡਿੰਗ ਰਾਈਟਿੰਗ, ਮਤਲਬ ਹਰ ਇੱਕ ਜੋ ਲੈਂਗੁਏਜ ਸਕਿੱਲ ਹੈ ਉਸਨੂੰ ਉਸਦਾ ਚੈੱਕ ਹੋਣਾ ਜ਼ਰੂਰੀ ਹੈ ਇਵੈਲੂਏਸ਼ਨ ਦੇ ਵਿੱਚ। ਇਸ ਲਈ ਸਿਰਫ ਰਿਟਨ ਹੋਣਾ ਜ਼ਰੂਰੀ ਨਹੀਂ, ਹਰ ਇੱਕ ਲੈਂਗੁਏਜ ਸਕਿੱਲ ਨੂੰ ਧਿਆਨ ਵਿੱਚ ਰੱਖਿਆ ਜਾਵੇ। ਇਸ ਤਰੀਕੇ ਦੀ ਜੋ ਇਵੈਲੂਏਸ਼ਨ ਹੈ ਉਹ ਹੋਣੀ ਚਾਹੀਦੀ ਹੈ। ਕਲੀਅਰ? ਈਜ਼ੀ ਸਕੋਰੇਬਲ ਹੋਣੀ ਚਾਹੀਦੀ ਹੈ, ਬੱਚੇ ਈਜ਼ੀਲੀ ਸਕੋਰ ਕਰ ਸਕਣ, ਇੰਨਾ ਵੀ ਜ਼ਿਆਦਾ ਡਿਫੀਕਲਟ ਨਹੀਂ ਹੋਣਾ ਚਾਹੀਦਾ। ਈਜ਼ੀਲੀ ਸਕੋਰੇਬਲ ਦਾ ਮਤਲਬ ਕਿਤੇ ਨਾ ਕਿਤੇ ਇਹ ਵੀ ਹੋ ਜਾਂਦਾ ਕਿ ਜਿਸ ਬੱਚੇ, ਫੋਰ ਐਗਜ਼ਾਮਪਲ ਆਪਾਂ ਕਲਾਸ ਦੇ ਵਿੱਚ ਸਿਲੇਬਸ ਕਰਵਾਇਆ ਹੈ, ਠੀਕ ਹੈ, ਤਾਂ ਬੱਚੇ ਉਸੇ ਸਿਲੇਬਸ ਦੀ ਪ੍ਰੈਪਰੇਸ਼ਨ ਕਰਕੇ ਆਉਣਗੇ, ਤਿਆਰੀ ਕਰਕੇ ਆਉਣਗੇ, ਆਪਾਂ ਕੁਛ ਹੋਰ ਐਡ ਕਰ ਦਿੱਤਾ ਬਾਹਰੋਂ ਕੋਈ ਪੁਆਇੰਟਸ ਲੈ ਕੇ ਜਾਂ ਫਿਰ ਉਹ ਐਡ ਕਰ ਦਿੱਤਾ ਐਗਜ਼ਾਮ ਦੇ ਵਿੱਚ ਜੋ ਕਿਤੇ ਨਾ ਕਿਤੇ ਆਪਾਂ ਬੱਚਿਆਂ ਨੂੰ ਕਰਵਾਇਆ ਹੀ ਨਹੀਂ, ਤਾਂ ਉੱਥੇ ਬੱਚੇ ਕੀ ਹੋਣਗੇ, ਡਿਫੀਕਲਟ ਫੀਲ ਕਰਨਗੇ। ਠੀਕ ਹੈ, ਤਾਂ ਥੋੜ੍ਹਾ ਜਿਹਾ ਇਸ ਚੀਜ਼ ਨੂੰ ਵੀ ਧਿਆਨ 'ਚ ਰੱਖਣਾ ਚਾਹੀਦਾ ਹੈ। ਨੈਕਸਟ ਅਗਰ ਆਪਾਂ ਗੱਲ ਕਰੀਏ ਈਜ਼ੀਲੀ ਸਕੋਰੇਬਲ ਦਾ ਇੱਕ ਮਤਲਬ ਇਹ ਵੀ ਬਣ ਜਾਂਦਾ ਹੈ ਕਿ ਇਹ ਸਾਰੇ ਜੋ ਬੱਚੇ ਨੇ ਕਿਤੇ ਨਾ ਕਿਤੇ ਅਟੈਂਪਟ ਕਰ ਸਕਣ। ਪੇਪਰ ਦਾ ਲੈਵਲ ਇਸ ਤਰੀਕੇ ਦਾ ਹੋਣਾ ਚਾਹੀਦਾ ਹੈ ਕਿ ਅਗਰ ਤੁਹਾਡੀ ਕਲਾਸ ਦੇ ਵਿੱਚ ਇੰਟੈਲੀਜੈਂਟ ਬੱਚੇ ਹਨ ਉਹ ਤਾਂ ਦੇਖੋ ਕਵਰ ਕਰ ਹੀ ਲੈਣਗੇ, ਅਗਰ ਡਿਫੀਕਲਟ ਵੀ ਹੋਏਗਾ ਤਾਂ। ਐਵਰੇਜ ਬੱਚੇ ਹਨ ਜਾਂ ਪੂਅਰ ਬੱਚੇ ਹਨ, ਹਰ ਇੱਕ ਬੱਚਾ ਐਟਲੀਸਟ ਐਗਜ਼ਾਮ ਨੂੰ ਜਾਂ ਫਿਰ ਇਵੈਲੂਏਸ਼ਨ ਦਾ ਜੋ ਵੀ ਤੁਹਾਡਾ ਪੈਟਰਨ ਹੋਏਗਾ ਜਾਂ ਕਿਸੇ ਵੀ ਤਰੀਕੇ ਦੀ ਤੁਸੀਂ ਇਵੈਲੂਏਸ਼ਨ ਕਰ ਰਹੇ ਹੋ ਉਸਨੂੰ ਕੀ ਕਰ ਸਕੇ, ਇੱਕ ਵਾਰੀ ਅਟੈਂਪਟ ਜ਼ਰੂਰ ਕਰ ਸਕੇ। ਸਾਰਾ ਐਗਜ਼ਾਮ ਪ੍ਰੋਪਰਲੀ ਡਿਫੀਕਲਟ ਨਹੀਂ ਹੋਣਾ ਚਾਹੀਦਾ ਕਿਉਂਕਿ ਫਿਰ ਉੱਥੇ ਪੂਅਰ ਜੋ ਸਟੂਡੈਂਟਸ ਨੇ ਉਹ ਨਹੀਂ ਕਰ ਪਾਉਣਗੇ। ਠੀਕ ਹੈ, ਜਾਂ ਫਿਰ ਸਾਰਾ ਐਗਜ਼ਾਮ ਪ੍ਰੋਪਰਲੀ ਆਪਾਂ ਕਹਿ ਸਕਦੇ ਕਿ ਈਜ਼ੀ ਵੀ ਨਹੀਂ ਹੋਣਾ ਚਾਹੀਦਾ। ਠੀਕ ਹੈ, ਤਾਂ ਥੋੜ੍ਹਾ ਐਵਰੇਜ ਇਸ ਤਰੀਕੇ ਨਾਲ ਸਕੋਰੇਬਲ ਹੋਣਾ ਚਾਹੀਦਾ ਕਿ ਹਰ ਇੱਕ ਟਾਈਪ ਦਾ ਜੋ ਸਟੂਡੈਂਟ ਉਸਨੂੰ ਈਜ਼ੀਲੀ ਸਕੋਰੇਬਲ ਹੋਵੇ ਉਸ ਦੇ ਲਈ ਔਰ ਉਸਨੂੰ ਕਵਰ ਐਟਲੀਸਟ ਅਟੈਂਪਟ ਜ਼ਰੂਰ ਕਰ ਸਕੇ। ਨੈਕਸਟ ਅਗਰ ਆਪਾਂ ਗੱਲ ਕਰੀਏ ਇੰਸਟਰਕਸ਼ਨ ਮਸਟ ਬੀ ਕਲੀਅਰ। ਜੋ ਇੰਸਟਰਕਸ਼ਨਸ ਨੇ ਉਹ ਕੀ ਹੋਣੀਆਂ ਚਾਹੀਦੀਆਂ ਨੇ, ਕਲੀਅਰ ਹੋਣੀਆਂ ਚਾਹੀਦੀਆਂ ਨੇ। ਇੰਸਟਰਕਸ਼ਨ ਦਾ ਮਤਲਬ ਹੋ ਜਾਂਦਾ ਹੈ ਕਿ ਤੁਹਾਨੂੰ ਐਗਜ਼ਾਮ ਦੇ ਲਈ ਜਾਂ ਫਿਰ ਤੁਹਾਨੂੰ ਇਸ ਇਵੈਲੂਏਸ਼ਨ ਦੇ ਲਈ ਜਾਂ ਫਿਰ ਇਸ ਐਕਟੀਵਿਟੀ ਦੇ ਲਈ ਜਾਂ ਫਿਰ ਇਸ ਟੈਸਟ ਦੇ ਲਈ ਇੰਨਾ ਟਾਈਮ ਦਿੱਤਾ ਜਾ ਰਿਹਾ। ਫੋਰ ਐਗਜ਼ਾਮਪਲ ਸਪੀਕਿੰਗ ਹੈ, ਕੋਈ ਵੀ ਔਰਲ ਟੈਸਟ ਹੈ, ਠੀਕ ਹੈ, ਤੁਸੀਂ ਉੱਥੇ ਕੁਐਸਚਨ ਪੁੱਛ ਰਹੇ ਹੋ ਇੱਕ ਬੱਚੇ ਨੂੰ, ਤਾਂ ਉੱਥੇ ਉਸਨੂੰ ਦੱਸੋ ਕਿ ਇਸ ਲਈ ਤੁਹਾਨੂੰ ਇੰਨੇ ਟਾਈਮ ਦਿੱਤਾ ਜਾ ਰਿਹਾ, ਇਸ ਦੇ ਅੰਦਰ ਅੰਦਰ ਤੁਸੀਂ ਆਪਣਾ ਜਵਾਬ ਦੇਣਾ ਹੈ। ਇੱਦਾਂ ਨਹੀਂ ਹੈ ਕਿ ਇੱਕ ਬੱਚਾ ਹਾਫ ਆਰ ਲੈ ਰਿਹਾ, ਇੱਕ ਬੱਚਾ ਪੂਰਾ 1 ਸੈਕਿੰਡ ਦੇ ਵਿੱਚ ਸੁਣਾ ਕੇ ਉਸਨੂੰ ਖਤਮ ਕਰ ਰਿਹਾ, ਤਾਂ ਇੱਦਾਂ ਨਹੀਂ ਹੋਣਾ ਚਾਹੀਦਾ। ਠੀਕ ਹੈ, ਪ੍ਰੋਪਰਲੀ ਇੱਕ ਟਾਈਮ ਹੋਣਾ ਚਾਹੀਦਾ। ਠੀਕ ਹੈ ਜੀ, ਅਗਰ ਆਪਾਂ ਗੱਲ ਕਰੀਏ ਜੋ ਕੁਐਸਚਨ ਸ਼ੋਰਟ ਨੇ ਉਹਨਾਂ ਦੇ ਉੱਪਰ ਲਿਖਿਆ ਹੋਣਾ ਚਾਹੀਦਾ ਪ੍ਰੋਪਰਲੀ ਕਿ ਇਹ ਜੋ ਕੁਐਸਚਨ ਨੇ ਇਹ ਕਿੰਨੇ ਸ਼ੋਰਟ ਨੇ, ਨਾਲ ਨਾਲ ਉਹਨਾਂ ਦੇ ਜੋ ਮਾਰਕਸ ਨੇ ਉਹ ਵੀ ਨਾਲ ਰਿਪਰੈਜ਼ੈਂਟ ਕੀਤੇ ਹੋਣੇ ਚਾਹੀਦੇ ਨੇ ਕਿ ਇੱਕ ਕੁਐਸਚਨ ਇੰਨੇ ਮਾਰਕਸ ਦਾ ਹੈ। ਠੀਕ ਹੈ, ਅਗਰ ਲੌਂਗ ਕੁਐਸਚਨ ਨੇ ਤਾਂ ਲੌਂਗ ਦੇ ਉੱਪਰ ਰਿਪਰੈਜ਼ੈਂਟ ਕੀਤਾ ਹੋਣਾ ਚਾਹੀਦਾ ਲਿਖ ਕੇ ਕਿ ਦੀਸ ਕੁਐਸਚਨਸ ਆਰ ਲੌਂਗ, ਜਾਂ ਫਿਰ ਇਹਨਾਂ ਦੇ ਜੋ ਮਾਰਕਸ ਨੇ ਉਹ ਇੰਨੇ ਨੇ। ਠੀਕ ਹੈ, ਜਾਂ ਫਿਰ ਹੋਰ ਅਗਰ ਆਪਾਂ ਗੱਲ ਕਰੀਏ ਆਪਸ਼ਨਸ ਹੋਣੀਆਂ ਚਾਹੀਦੀਆਂ ਨੇ। ਅਗਰ ਤੁਸੀਂ 2 ਕੁਐਸਚਨ ਦੇ ਵਿੱਚ ਆਪਸ਼ਨ ਲਗਾ ਰਹੇ ਹੋ ਤਾਂ ਉਹਨਾਂ ਦੇ ਵਿਚਕਾਰ ਔਰ ਲਿਖਿਆ ਹੋਣਾ ਜ਼ਰੂਰੀ ਹੈ ਕਿ ਫਸਟ ਕੁਐਸਚਨ ਔਰ ਸੈਕਿੰਡ ਕੁਐਸਚਨ, ਔਰ ਉੱਪਰ ਵੀ ਕਿਤੇ ਨਾ ਕਿਤੇ ਇੱਕ ਇੰਸਟਰਕਸ਼ਨ ਹੋਣੀ ਚਾਹੀਦੀ ਹੈ ਕਿ ਇੱਥੇ ਤੁਹਾਡੇ ਕੋਲ 2 ਕੁਐਸਚਨਸ ਦੇ ਵਿੱਚ ਕੀ ਹੈ, ਆਪਸ਼ਨ ਹੈ। ਤਾਂ ਹਰ ਇੱਕ ਚੀਜ਼ ਕਲੀਅਰਲੀ ਮੈਂਸ਼ਨ ਹੋਣੀ ਚਾਹੀਦੀ ਹੈ ਤਾਂ ਕਿ ਬੱਚਿਆਂ ਨੂੰ ਕੁਐਸਚਨ ਪੇਪਰ ਦੇਖ ਕੇ ਕਨਫਿਊਜ਼ਨ ਨਾ ਹੋਵੇ ਕਿ ਕੀ ਹੈ। ਠੀਕ ਹੈ ਜੀ, ਮਾਰਕਸ ਨੇ ਜੋ ਪ੍ਰੋਪਰਲੀ ਦੱਸੇ ਹੋਣੇ ਚਾਹੀਦੇ ਨੇ ਕਿ ਇਹ ਜੋ ਮਾਰਕਸ ਨੇ ਮਤਲਬ ਇਹ ਜੋ ਕੁਐਸਚਨ ਨੇ ਇੰਨੇ ਮਾਰਕਸ ਦੇ ਨੇ। ਤਾਂ ਇੰਸਟਰਕਸ਼ਨਸ ਨੇ ਜਿਹੜੀਆਂ ਹਰ ਇੱਕ ਪ੍ਰਕਾਰ ਦੀਆਂ ਪ੍ਰੋਪਰਲੀ ਕਲੀਅਰ ਹੋਣੀਆਂ ਚਾਹੀਦੀਆਂ ਨੇ। ਨੈਕਸਟ ਅਗਰ ਆਪਾਂ ਗੱਲ ਕਰੀਏ ਅਕੋਰਡਿੰਗ ਟੂ ਮੈਂਟਲ ਲੈਵਲ ਆਫ ਸਟੂਡੈਂਟ, ਇਹ ਗੱਲ ਆ ਗਈ ਮੈਂਟਲ ਲੈਵਲ ਆਫ ਸਟੂਡੈਂਟ ਦੇ ਅਕੋਰਡਿੰਗ, ਮਤਲਬ ਉਹਨਾਂ ਦੇ ਮਾਨਸਿਕ ਪੱਧਰ ਦੇ ਅਕੋਰਡਿੰਗ ਹੋਣਾ ਚਾਹੀਦਾ। ਫੋਰ ਐਗਜ਼ਾਮਪਲ ਆਪਾਂ 5th ਕਲਾਸ ਦੇ ਬੱਚੇ ਲਈ ਆਪਾਂ ਇੱਕ ਟੈਸਟ ਤਿਆਰ ਕਰ ਰਹੇ ਹਾਂ, ਤਾਂ ਉਸਦੇ ਵਿੱਚ ਜੋ ਕੁਐਸਚਨ ਹੋਣਗੇ ਜਾਂ ਜੋ ਕੁਐਸਚਨ ਆਪਾਂ ਕਹਿ ਸਕਦੇ ਹਾਂ ਸਮ ਹੋਣਗੇ ਜਾਂ ਕੁਛ ਵੀ ਹੋਏਗਾ ਉਹ ਬੱਚਿਆਂ ਦੇ ਮੈਂਟਲ ਲੈਵਲ ਦੇ ਅਕੋਰਡਿੰਗ ਹੋਣਾ ਚਾਹੀਦਾ। ਜੋ 5th ਕਲਾਸ ਦਾ ਬੱਚਾ ਕਰ ਸਕਦਾ ਉਹਨਾਂ ਹੋਣਾ ਚਾਹੀਦਾ। ਇਹ ਨਹੀਂ ਹੈ ਕਿ ਤੁਸੀਂ ਐਗਜ਼ਾਮ ਪੈਟਰਨ 5th ਦਾ ਤਿਆਰ ਕਰ ਰਹੇ ਹੋ ਬਟ ਉਹਦੇ ਵਿੱਚ ਜੋ ਕੁਐਸਚਨ ਨੇ ਉਹਨਾਂ ਦਾ ਲੈਵਲ 10th ਤੱਕ ਦਾ, ਤਾਂ ਬਿਲਕੁਲ ਵੀ ਕੋਈ ਵੀ ਸਟੂਡੈਂਟ ਹੈ ਜੋ ਸ਼ਾਇਦ ਇੰਟੈਲੀਜੈਂਟ ਸਟੂਡੈਂਟ ਆ ਉਹ ਵੀ ਨਹੀਂ ਕਰ ਪਾਏਗਾ। ਠੀਕ ਹੈ, ਤਾਂ ਅਕੋਰਡਿੰਗ ਟੂ ਮੈਂਟਲ ਲੈਵਲ ਆਫ ਸਟੂਡੈਂਟ ਹੋਣਾ ਚਾਹੀਦਾ। ਅਗਰ ਤੁਹਾਡਾ ਕੋਈ ਸਟੂਡੈਂਟ ਹੈ 10th ਲੈਵਲ ਦਾ, 10th ਕਲਾਸ ਦਾ, ਤਾਂ ਉਸਦੇ ਲਈ ਜੋ ਲੈਵਲ ਉਹ ਉਨਾ ਹੀ ਹੋਣਾ ਚਾਹੀਦਾ, ਘੱਟ ਵੀ ਨਹੀਂ ਹੋਣਾ ਚਾਹੀਦਾ। ਇਹ ਨਹੀਂ ਕਿ ਤੁਸੀਂ 7th 8th ਤੱਕ ਦਾ ਲੈਵਲ ਜੋ ਹੈ ਉਸਦੇ ਐਗਜ਼ਾਮ ਦੇ ਲਈ ਜਾਂ ਫਿਰ ਉਸਦੀ ਇਵੈਲੂਏਸ਼ਨ ਦੇ ਲਈ ਤਿਆਰ ਕਰ ਰਹੇ ਹੋ ਤਾਂ ਉਹ ਵੀ ਗਲਤ ਹੋ ਜਾਂਦਾ। ਠੀਕ ਹੈ, ਤਾਂ ਉਹਨਾਂ ਦੇ ਅਕੋਰਡਿੰਗ ਹੋਣਾ ਚਾਹੀਦਾ। ਨੈਕਸਟ ਅਗਰ ਆਪਾਂ ਗੱਲ ਕਰੀਏ ਫੇਅਰ ਕਵਰੇਜ ਆਫ ਸਟੂਡੈਂਟ, ਹਰ ਇੱਕ ਜੋ ਸਟੂਡੈਂਟ ਹੈ ਉਸਦਾ ਜੋ ਸਿਲੇਬਸ ਹਰ ਇੱਕ ਜੋ ਆਪਾਂ ਕਹਿ ਸਕਦੇ ਹਾਂ ਸਬਜੈਕਟ ਹੈ ਉਸਦਾ ਜੋ ਸਿਲੇਬਸ ਹੁੰਦਾ ਨਾ ਉਸਦੇ ਵਿੱਚ ਇਕੁਅਲੀ ਪਾਰਟ ਦੇ ਵਿੱਚ ਡਿਵਾਈਡ ਕਰਨਾ ਚਾਹੀਦਾ ਹੈ। ਠੀਕ ਹੈ, ਇਕੁਅਲੀ ਕਹਿ ਲਓ ਜਾਂ ਫਿਰ ਜੋ ਜ਼ਿਆਦਾ ਇੰਪੋਰਟੈਂਟ ਹੈ ਉਹਦੇ ਵਿੱਚ ਥੋੜ੍ਹਾ ਆਪਾਂ ਇਹ ਕਹਿ ਸਕਦੇ ਹਾਂ ਕਿ ਲੌਂਗ ਕੁਐਸਚਨ ਕਰਤਾ ਜਾਂ ਇਸ ਤਰੀਕੇ ਨਾਲ ਹਰ ਇੱਕ ਪਾਰਟ ਦੇ ਵਿੱਚੋਂ ਇਕੁਅਲੀ ਆਪਾਂ ਕਹੀਏ ਕਿ ਜੋ ਸਿਲੇਬਸ ਉਹ ਡਿਵਾਈਡ ਹੋਣਾ ਚਾਹੀਦਾ ਹੈ। ਠੀਕ ਹੈ, ਅਗਰ ਤੁਹਾਡੇ 10 ਚੈਪਟਰ ਨੇ ਤਾਂ ਤੁਸੀਂ ਇਸ ਤਰੀਕੇ ਨਾਲ ਉਹਨਾਂ ਨੂੰ ਡਿਵਾਈਡ ਕਰੋ ਕਿ ਹਰ ਇੱਕ ਚੈਪਟਰ ਦੇ ਵਿੱਚੋਂ ਜੋ ਕੁਐਸਚਨ ਨੇ ਉਹ ਐਗਜ਼ਾਮ ਦੇ ਵਿੱਚ ਦੇਖਣ ਨੂੰ ਮਿਲਣ। ਇੱਦਾਂ ਨਹੀਂ ਹੋਣਾ ਚਾਹੀਦਾ ਕਿ ਇਹਦੇ ਵਿੱਚ ਮੈਂ 5 ਚੈਪਟਰ ਤਾਂ ਲੈ ਰਹੀ ਹਾਂ ਜਿਹਦੇ ਵਿੱਚ ਮੈਨੇ ਸਾਰਾ ਐਗਜ਼ਾਮ ਕਵਰ ਕਰਤਾ ਔਰ 5 ਦੇ ਵਿੱਚ ਮੈਨੇ ਇੱਕ ਵੀ ਫਿਲਅਪ ਜਾਂ ਫਿਰ ਕੁਛ ਵੀ ਨਹੀਂ ਐਡ ਕੀਤਾ, ਤਾਂ ਇੱਦਾਂ ਨਹੀਂ ਹੋਣਾ ਚਾਹੀਦਾ। ਫੇਅਰ ਕਵਰੇਜ ਦਾ ਮਤਲਬ ਹੋ ਗਿਆ ਕਿ ਪ੍ਰੋਪਰਲੀ ਡਿਵਾਈਡ ਹੋਣਾ ਚਾਹੀਦਾ ਤੁਹਾਡਾ ਜੋ ਐਗਜ਼ਾਮ ਦਾ ਪੈਟਰਨ ਹੈ। ਠੀਕ ਹੈ, ਉਹਦੇ ਵਿੱਚੋਂ ਈਜ਼ੀਲੀ ਮਤਲਬ ਪਹਿਲਾਂ ਮੈਂਸ਼ਨ ਵੀ ਹੋਣਾ ਚਾਹੀਦਾ ਕਿ ਫਸਟ ਚੈਪਟਰ ਦੇ ਵਿੱਚ ਇੰਨੇ ਮਾਰਕਸ ਦਾ ਆਏਗਾ। ਮੋਸਟਲੀ ਆਪਾਂ ਦੇਖਦੇ ਹਾਂ
ਤੁਸੀਂ 12th ਦੀ ਬੁੱਕ ਲਗਾਓਗੇ 10th ਦੀ ਦੋਗੇ ਤਾਂ ਉੱਥੇ ਇੱਕ ਡਿਵਾਈਡੇਸ਼ਨ ਹੁੰਦੀ ਹੈ ਕਿ ਇਸ ਚੈਪਟਰ ਦੇ ਵਿੱਚੋਂ ਇੰਨੇ ਮਾਰਕਸ ਦਾ ਕੁਐਸਚਨ ਆਏਗਾ, ਇਸ ਦੇ ਵਿੱਚੋਂ ਇੰਨਾ। ਹਰ ਇੱਕ ਚੈਪਟਰ ਦੇ ਵਿੱਚੋਂ ਕੁਐਸਚਨ ਜ਼ਰੂਰੀ ਨੇ, ਠੀਕ ਹੈ। ਡਿਵਾਈਡੇਸ਼ਨ ਇਸ ਤਰੀਕੇ ਨਾਲ ਹੋਣੀ ਚਾਹੀਦੀ ਹੈ। ਨੈਕਸਟ ਅਗਰ ਆਪਾਂ ਗੱਲ ਕਰੀਏ, ਕੁਐਸਚਨ ਵੈਲ ਫਰੇਮਡ ਹੋਣੇ ਚਾਹੀਦੇ ਨੇ, ਠੀਕ ਹੈ ਜੀ। ਵੈਲ ਫਰੇਮਡ ਦਾ ਮਤਲਬ ਹੋ ਗਿਆ ਉਹਨਾਂ ਦਾ ਜੋ ਫੌਂਟ ਹੈ, ਠੀਕ ਹੈ, ਉਹ ਸਹੀ ਹੋਣਾ ਚਾਹੀਦਾ। ਜ਼ਿਆਦਾ ਇਸ ਤਰੀਕੇ ਨਾਲ ਨਹੀਂ ਹੋਣਾ ਚਾਹੀਦਾ ਕਿ ਬੱਚੇ ਨੂੰ ਰਾਈਟਿੰਗ ਹੀ ਸਮਝ ਨਾ ਆਵੇ, ਠੀਕ ਹੈ। ਬੀ ਡੀ ਇਹਨਾਂ ਦੇ ਵਿੱਚ ਡਿਫਰੈਂਸ ਹੀ ਕਲੀਅਰ ਨਾ ਹੋਵੇ ਤਾਂ ਫੌਂਟ ਸਹੀ ਹੋਣਾ ਚਾਹੀਦਾ, ਮਤਲਬ ਰਾਈਟਿੰਗ ਸਿੰਪਲ ਕਲੀਅਰ ਸਾਫ਼ ਹੋਣੀ ਚਾਹੀਦੀ ਹੈ। ਸਾਈਜ਼ ਅੱਛਾ ਹੋਣਾ ਚਾਹੀਦਾ, ਠੀਕ ਹੈ ਜੀ। ਉਸ ਤੋਂ ਬਾਅਦ ਅਗਰ ਆਪਾਂ ਡਿਸਟੈਂਸ ਦੀ ਗੱਲ ਕਰੀਏ ਤਾਂ ਜਿੱਥੇ ਡਿਸਟੈਂਸ ਜ਼ਰੂਰੀ ਹੋ ਉੱਥੇ, ਫੋਰ ਐਗਜ਼ਾਮਪਲ ਇੱਥੇ ਅਗਰ ਮੈਂ ਕੋਈ ਵਰਡ ਲਿਖ ਰਹੀ ਹਾਂ, ਆਫ ਲਿਖ ਰਹੀ ਹਾਂ, ਤਾਂ ਉਹਨਾਂ ਦੋਨਾਂ ਦੇ ਵਿੱਚ ਜ਼ਿਆਦਾ ਡਿਸਟੈਂਸ ਹੈ ਤਾਂ ਬੱਚੇ ਨੂੰ ਕਲੀਅਰ ਨਹੀਂ ਹੋਏਗਾ ਕਿ ਆਫ ਹੈ ਜਾਂ ਕੁਛ ਹੋਰ ਲਿਖਿਆ ਹੋਇਆ। ਤਾਂ ਇਹਨਾਂ ਚੀਜ਼ਾਂ ਦਾ ਧਿਆਨ ਰੱਖਣਾ ਚਾਹੀਦਾ ਹੈ, ਠੀਕ ਹੈ। ਸਹੀ ਫਰੇਮ ਹੋਣਾ ਚਾਹੀਦਾ ਹੈ ਕੁਐਸਚਨ ਪੇਪਰ ਦਾ ਜਾਂ ਕੁਐਸਚਨਸ ਦਾ। ਨੋਟ ਆਊਟ ਆਫ ਸਿਲੇਬਸ, ਬਿਲਕੁਲ ਸਟਾਰਟਿੰਗ ਦੇ ਵਿੱਚ ਸਕੋਰੇਬਲ ਦੇ ਵਿੱਚ ਵੀ ਮੈਂ ਤੁਹਾਨੂੰ ਦੱਸਿਆ ਸੀ ਕਿ ਸਿਲੇਬਸ ਤੋਂ ਬਾਹਰ ਨਹੀਂ ਹੋਣਾ ਚਾਹੀਦਾ। ਜੋ ਤੁਸੀਂ ਬੱਚਿਆਂ ਨੂੰ ਤਿਆਰੀ ਕਰਵਾ ਰਹੇ ਹੋ, ਜੋ ਤੁਸੀਂ ਬੱਚਿਆਂ ਨੂੰ ਸਿਖਾ ਰਹੇ ਹੋ, ਉਸ ਦੇ ਅਕੋਰਡਿੰਗ ਹੀ ਤੁਹਾਡਾ ਜੋ ਇਵੈਲੂਏਸ਼ਨ ਹੈ ਉਹ ਹੋਣਾ ਚਾਹੀਦਾ ਹੈ, ਕਲੀਅਰ। ਨੈਕਸਟ ਅਗਰ ਆਪਾਂ ਗੱਲ ਕਰੀਏ, ਇਸ ਤੋਂ ਬਾਅਦ ਆਪਾਂ ਨੂੰ ਦੇਖਣ ਨੂੰ ਮਿਲਦਾ ਟਰਮੀਨੋਲੋਜੀ, ਠੀਕ ਹੈ। ਦੇਖੋ ਹੁਣ ਤੁਹਾਡੇ ਸਾਹਮਣੇ ਸਭ ਤੋਂ ਪਹਿਲਾਂ ਤਾਂ ਚੀਜ਼ ਹੈ ਟੈਸਟ। ਟੈਸਟ ਕਿੱਥੋਂ ਆਉਂਦਾ ਹੈ? ਟੈਸਟ ਕਿਹੜੀ ਲੈਂਗੁਏਜ ਦਾ ਵਰਡ ਹੈ, ਠੀਕ ਹੈ। ਟੈਸਟ ਹੈਗਾ ਜੀ ਲੈਟਿਨ ਲੈਂਗੁਏਜ ਦਾ ਵਰਡ। ਕਿਹੜੀ ਲੈਂਗੁਏਜ ਦਾ ਵਰਡ ਹੈ ਇਹ? ਲੈਟਿਨ ਲੈਂਗੁਏਜ ਦਾ ਵਰਡ, ਜਿਸ ਦਾ ਜੋ ਕੀ ਸੀਗਾ ਟੈਸਟਮ ਸੀਗਾ, ਜਿਸ ਤੋਂ ਕੀ ਬਣਿਆ ਟੈਸਟ ਬਣਿਆ। ਹੁਣ ਟੈਸਟਮ ਦਾ ਮਤਲਬ ਕੀ ਹੈ? ਪੋਟ ਹੈ। ਪੋਟ ਦਾ ਮਤਲਬ ਕੀ ਹੁੰਦਾ? ਇੱਕ ਮਿੱਟੀ ਦਾ ਆਪਾਂ ਕਹਿ ਸਕਦੇ ਕਿ ਘੜਾ ਹੁੰਦਾ ਜਾਂ ਫਿਰ ਬਰਤਨ ਹੁੰਦਾ, ਠੀਕ ਹੈ, ਜਿਹਦੇ ਵਿੱਚ ਕੀ ਕੀਤਾ ਜਾਂਦਾ ਸੀ, ਪਾਣੀ ਨੂੰ ਹੁਣ ਮਿੱਟੀ ਦਾ ਬਰਤਨ ਉਸ ਨੂੰ ਚੈੱਕ ਕਰਨਾ ਸੀ ਕਿ ਕਿਸ ਤਰੀਕੇ ਨਾਲ ਇਹ ਤਿਆਰ ਹੈ ਜਾਂ ਨਹੀਂ, ਤਾਂ ਉਸਦੇ ਵਿੱਚ ਪਾਣੀ ਪਾ ਕੇ ਰੱਖਿਆ ਜਾਂਦਾ ਤਾਂ ਕਿ ਅਗਰ ਤਾਂ ਉਹ ਟੁੱਟ ਜਾਂਦਾ ਮਤਲਬ ਉਹ ਤਿਆਰ ਨਹੀਂ ਹੈ, ਅਗਰ ਉਹ ਨਹੀਂ ਮਤਲਬ ਪ੍ਰੋਪਰਲੀ ਤਿਆਰ ਹੈ ਤਾਂ ਉਸ ਪਾਣੀ ਨੂੰ ਆਪਾਂ ਕਹਿ ਸਕਦੇ ਹਾਂ ਕਿ ਸਹੀ ਤਰੀਕੇ ਨਾਲ ਉਹ ਯੂਜ਼ ਕੀਤਾ ਜਾ ਸਕਦਾ ਹੈ, ਠੀਕ ਹੈ। ਤਾਂ ਮਤਲਬ ਇੱਕ ਤਰੀਕੇ ਨਾਲ ਕੀ ਹੋ ਗਿਆ, ਉਸਦੀ ਕੁਆਲਿਟੀ ਨੂੰ ਚੈੱਕ ਕੀਤਾ ਜਾ ਰਿਹਾ ਹੈ ਕਿ ਹੁਣ ਇਹ ਤਿਆਰ ਹੈ ਜਾਂ ਨਹੀਂ। ਇਹ ਚੀਜ਼ ਆਪਾਂ ਲਰਨਿੰਗ ਦੇ ਵਿੱਚ ਕਰਦੇ ਹਾਂ, ਟੀਚਿੰਗ ਦੇ ਵਿੱਚ ਕਰਦੇ ਹਾਂ। ਬੱਚਿਆਂ ਨੂੰ ਆਪਾਂ ਪ੍ਰੋਪਰਲੀ ਸਿਖਾਉਂਦੇ ਹਾਂ, ਠੀਕ ਹੈ। ਜਿਵੇਂ ਇੱਕ ਪੋਟ ਨੂੰ ਪਹਿਲਾਂ ਪ੍ਰੋਪਰਲੀ ਬਣਾਇਆ ਜਾਂਦਾ ਹੈ ਤਾਂ ਆਪਾਂ ਬੱਚਿਆਂ ਨੂੰ ਪ੍ਰੋਪਰਲੀ ਸਿਖਾਉਂਦੇ ਹਾਂ, ਉਹਨਾਂ ਦੇ ਲਰਨਿੰਗ ਕਰਵਾਉਂਦੇ ਹਾਂ, ਅਤੇ ਬੱਚੇ ਵੀ ਬੜੇ ਇੰਟਰਸਟ ਨਾਲ ਕੋਈ ਵੀ ਮੈਥਡ ਲਗਾ ਕੇ ਤੁਸੀਂ ਉਸਨੂੰ ਸਿਖਾ ਰਹੇ ਹੋ, ਐਕਟੀਵਿਟੀਜ਼ ਨਾਲ ਸਿਖਾ ਰਹੇ ਹੋ, ਡਿਪੈਂਡ ਔਨ ਦਾ ਟੀਚਰ, ਠੀਕ ਹੈ। ਤਾਂ ਉਸਨੂੰ ਸਿਖਾ ਰਹੇ ਹਾਂ ਤਾਂ ਬੱਚੇ ਕੀ ਹੈ, ਉਸ ਤੋਂ ਬਾਅਦ ਉਸਦਾ ਟੈਸਟ ਲਿਆ ਜਾਂਦਾ ਹੈ ਉਹਨਾਂ ਦੀ ਕੁਆਲਿਟੀ ਚੈੱਕ ਕਰਨ ਦੇ ਲਈ ਕਿ ਹੁਣ ਉਹ ਨੈਕਸਟ ਟੌਪਿਕ ਕਰਨ ਲਈ ਤਿਆਰ ਹਨ ਜਾਂ ਨਹੀਂ, ਠੀਕ ਹੈ ਜੀ। ਫੋਰ ਐਗਜ਼ਾਮਪਲ ਆਪਾਂ ਫਸਟ ਚੈਪਟਰ ਕਰਵਾ ਰਹੇ ਹਾਂ, ਫਸਟ ਚੈਪਟਰ ਆਪਾਂ ਬੱਚੇ ਨੂੰ ਪ੍ਰੋਪਰਲੀ ਕਰਵਾਇਆ, ਐਕਟੀਵਿਟੀਜ਼ ਦੇ ਨਾਲ ਕਰਵਾਇਆ, ਪ੍ਰੈਕਟੀਕਲ ਵੇ ਦੇ ਨਾਲ ਕਰਵਾਇਆ, ਕਿਵੇਂ ਵੀ, ਤਾਂ ਹੁਣ ਆਪਾਂ ਉਹਨਾਂ ਦਾ ਪਹਿਲਾਂ ਟੈਸਟ ਲਵਾਂਗੇ। ਅਗਰ ਤਾਂ ਉਹ ਤਿਆਰ ਹਨ, ਉਹ ਸਮਝ ਚੁੱਕੇ ਹਨ, ਉਹ ਸਿੱਖ ਚੁੱਕੇ ਹਨ, ਫਿਰ ਆਪਾਂ ਨੈਕਸਟ ਟੌਪਿਕ ਵੱਲ ਜਾਂਦੇ ਹਾਂ, ਠੀਕ ਹੈ। ਇਹੀ ਚੀਜ਼ ਹੁੰਦੀ ਹੈ ਜਿਸ ਦਾ ਮਤਲਬ ਹੁੰਦਾ ਟੈਸਟ, ਮਤਲਬ ਕੁਆਲਿਟੀ ਨੂੰ ਚੈੱਕ ਕਰਨਾ। ਨੈਕਸਟ ਅਗਰ ਆਪਾਂ ਗੱਲ ਕਰੀਏ, ਜੋ ਨੈਕਸਟ ਵਰਡ ਹੈ ਉਹ ਤੁਹਾਡੇ ਸਾਹਮਣੇ ਕਿਹੜਾ ਹੈ? ਐਗਜ਼ਾਮੀਨੇਸ਼ਨ। ਐਗਜ਼ਾਮੀਨੇਸ਼ਨ ਵੀ ਕਿਸ ਲੈਂਗੁਏਜ ਦਾ ਵਰਡ ਹੈ? ਲੈਟਿਨ ਲੈਂਗੁਏਜ ਦਾ ਹੀ ਵਰਡ ਹੈ। ਉਹ ਕੀ ਹੈ? ਐਗਜ਼ਾਮਿਨ। ਐਗਜ਼ਾਮਿਨ, ਕਲੀਅਰ। ਤਾਂ ਐਗਜ਼ਾਮੀਨੇਸ਼ਨ ਵੀ ਕੀ ਹੈ? ਲੈਟਿਨ ਲੈਂਗੁਏਜ ਦਾ ਹੀ ਵਰਡ ਹੈ, ਮਤਲਬ ਐਗਜ਼ਾਮਿਨ ਦਾ ਹੀ ਆਪਾਂ ਕਹਿ ਸਕਦੇ ਜਿਸ ਦਾ ਮਤਲਬ ਹੈ ਪੁਆਇੰਟਰ। ਹੁਣ ਐਗਜ਼ਾਮਿਨ ਦਾ ਮਤਲਬ ਕੀ ਹੁੰਦਾ? ਇਨਕੁਆਇਰੀ ਕਰਨਾ, ਟੈਸਟ ਆਫ ਨੌਲੇਜ। ਮਤਲਬ ਟੈਸਟ ਤਾਂ ਆਪਾਂ ਕਹਿ ਸਕਦੇ ਟੌਪਿਕ ਵਾਈਜ਼ ਵੀ ਹੋ ਸਕਦਾ, ਬਟ ਐਗਜ਼ਾਮੀਨੇਸ਼ਨ ਆਪਾਂ ਕਹਿ ਸਕਦੇ ਹਾਂ ਕਿ ਪੂਰਾ ਐਕਸ਼ਨ, ਮਤਲਬ ਜਿੰਨੀ ਵੀ ਆਪਾਂ ਟੀਚਿੰਗ ਕਰਵਾਈ ਹੈ ਉਹ ਸਾਰਾ ਕੁਝ ਇਨਕਲੂਡ ਕਰਕੇ ਲਾਸਟ ਦੇ ਉੱਪਰ ਚੈੱਕ ਕਰਨਾ ਕਿ ਅਗਲੇ ਲੈਵਲ ਤੱਕ ਜਾਣ ਲਈ ਤਿਆਰ ਹੈ ਜਾਂ ਨਹੀਂ। ਜਿਵੇਂ ਹੁਣ ਪੂਰੀ 3rd ਕਲਾਸ ਦੀ ਐਗਜ਼ਾਮਪਲ ਮਿਲੀ ਸੀ ਮੈਨੇ, ਅਤੇ 3rd ਕਲਾਸ ਪੂਰੀ ਟੀਚਿੰਗ ਹੁੰਦੀ ਹੈ, ਟੈਸਟਿੰਗ ਹੁੰਦੀ ਹੈ, ਫਿਰ ਐਂਡ 'ਤੇ ਜਾ ਕੇ ਐਗਜ਼ਾਮੀਨੇਸ਼ਨ ਲਿਆ ਜਾਂਦਾ ਅਤੇ ਚੈੱਕ ਕੀਤਾ ਜਾਂਦਾ ਕਿ ਹੁਣ ਬੱਚਾ ਨੈਕਸਟ ਲੈਵਲ ਦੇ ਉੱਪਰ ਜਾਣ ਲਈ ਤਿਆਰ ਹੈ ਜਾਂ ਨਹੀਂ, ਠੀਕ ਹੈ। ਤਾਂ ਆਪਾਂ ਇਹ ਕਹਿ ਸਕਦੇ ਕਿ ਉਸਦੀ ਨੌਲੇਜ ਦਾ ਇੱਕ ਤਰੀਕੇ ਨਾਲ ਟੈਸਟ ਕਰਨਾ, ਉਸਦੀ ਇਨਕੁਆਇਰੀ ਕਰਨਾ, ਉਸਦੀ ਨੌਲੇਜ ਨੂੰ ਦੇਖਣਾ ਕਿ ਇੰਪਰੂਵਮੈਂਟ ਹੋਈ ਹੈ ਜਾਂ ਨਹੀਂ, ਠੀਕ ਹੈ ਜੀ। ਨੈਕਸਟ ਅਗਰ ਆਪਾਂ ਗੱਲ ਕਰੀਏ ਮਾਪਣਾ, ਠੀਕ ਹੈ। ਹੁਣ ਮਾਪਣਾ ਕੀ ਹੁੰਦਾ? ਇੱਕ ਤਰੀਕੇ ਨਾਲ ਆਪਾਂ ਕਹਿ ਸਕਦੇ ਕਿ ਮਾਪਣਾ ਕੰਪੇਅਰ ਵਰਡ ਤੋਂ ਵੀ ਲਿਆ ਗਿਆ, ਠੀਕ ਹੈ। ਮਾਪਣ ਦੀ ਆਪਾਂ ਦੋ ਚੀਜ਼ਾਂ ਨੂੰ ਲੈ ਕੇ ਚੱਲਦੇ ਹਾਂ, ਯੂਨਿਟ, ਦੋ ਯੂਨਿਟਸ ਆਪਾਂ ਕਹਿ ਸਕਦੇ ਹਾਂ। ਇੱਕ ਤਾਂ ਹੁੰਦਾ ਸਟੈਂਡਰਡ, ਇੱਕ ਹੁੰਦਾ ਅਨਮੇਜ਼ਰ। ਹੁਣ ਇੱਕ ਤਾਂ ਹੁੰਦਾ ਸਟੈਂਡਰਡ, ਠੀਕ ਹੈ, ਜਿਹਦੇ ਬਾਰੇ ਆਪਾਂ ਨੂੰ ਪਤਾ। ਫੋਰ ਐਗਜ਼ਾਮਪਲ ਮੈਂ ਇੱਕ ਸਕੇਲ ਲਿਆ, ਠੀਕ ਹੈ। ਸਕੇਲ ਮੈਨੂੰ ਪਤਾ ਜੀ ਇਹ ਕਿੰਨੇ ਸੈਂਟੀਮੀਟਰ ਦਾ? 15 ਸੈਂਟੀਮੀਟਰ ਦਾ ਸਕੇਲ ਹੈ, ਠੀਕ ਹੈ, ਸੈਂਟੀਮੀਟਰ ਦਾ ਸਕੇਲ ਹੈ, ਠੀਕ ਹੈ। ਔਰ ਇੱਥੇ ਮੇਰੇ ਕੋਲ ਕੀ ਹੈ? ਇੱਕ ਦੀਵਾਰ ਹੈ, ਔਰ ਮੈਂ ਇਸ ਦੀਵਾਰ ਨੂੰ ਕੀ ਕਰਨਾ ਹੈ? ਮਾਪਣਾ ਹੈ, ਠੀਕ ਹੈ। ਹੁਣ ਮੈਨੂੰ ਪਤਾ ਹੈ ਕਿ ਜਿਸ ਸਕੇਲ ਦੀ ਮਦਦ ਨਾਲ ਮੈਂ ਮਾਪ ਰਹੀ ਹਾਂ, ਵੈਸੇ ਇਹ ਦੀਵਾਰ ਕਦੇ ਵੀ ਆਪਾਂ ਸਕੇਲ ਨਾਲ ਨਹੀਂ ਕਰਦੇ, ਬਟ ਜਸਟ ਐਨ ਐਗਜ਼ਾਮਪਲ, ਠੀਕ ਹੈ। ਜਿਸ ਦੀਵਾਰ ਨੂੰ ਮੈਂ ਸਕੇਲ ਨਾਲ, ਸਕੇਲ ਦੀ ਲੈਂਥ ਮੈਨੂੰ ਪਤਾ ਹੈ ਕਿੰਨੀ ਹੈ? 15 ਸੈਂਟੀਮੀਟਰ ਹੈ, ਠੀਕ ਹੈ। ਇੱਥੇ ਤੁਸੀਂ ਕੋਈ ਲਾਈਨ ਲਗਾ ਲਓ, ਦੀਵਾਰ ਤਾਂ ਥੋੜ੍ਹਾ ਜ਼ਿਆਦਾ ਹੋ ਜਾਏਗਾ, ਤਾਂ ਇੱਥੇ ਲਾਈਨ ਹੈ ਜਿਸ ਨੂੰ ਮੈਨੇ ਮਾਪਣਾ ਹੈ। ਹੁਣ ਲਾਈਨ ਦੀ ਲੈਂਥ ਮੈਨੂੰ ਨਹੀਂ ਪਤਾ ਕਿ ਕਿੰਨੀ ਹੈ, ਠੀਕ ਹੈ, ਤਾਂ ਉਹ ਕੀ ਹੋਏਗਾ ਮੇਰੇ ਕੋਲ? ਅਨਮੇਜ਼ਰਡ ਹੋਏਗਾ, ਮਤਲਬ ਜਿਸ ਦੀ ਜੋ ਲੈਂਥ ਹੈ ਉਹ ਮੈਨੂੰ ਨਹੀਂ ਪਤਾ, ਠੀਕ ਹੈ। ਆਪਾਂ ਉਸ ਨੂੰ ਕੀ ਕਹਿ ਸਕਦੇ ਹਾਂ? ਔਰ ਜਿਸ ਦੀ ਲੈਂਥ ਮੈਨੂੰ ਪਤਾ ਹੈ ਉਸ ਦੀ ਮਦਦ ਨਾਲ ਮੈਂ ਜਿਸ ਦੀ ਲੈਂਥ ਮੈਨੂੰ ਨਹੀਂ ਪਤਾ ਉਸ ਦੀ ਲੈਂਥ ਪਤਾ ਕਰ ਸਕਦੀ ਹਾਂ। ਇਸ ਚੀਜ਼ ਨੂੰ ਕਲੀਅਰ ਕਰ ਪਾ ਰਹੇ ਹੋ ਤੁਸੀਂ? ਕੰਪੇਅਰ ਕਰ ਪਾ ਰਹੇ ਹੋ ਆਪਸ ਦੇ ਵਿੱਚ ਕਿ ਫੋਰ ਐਗਜ਼ਾਮਪਲ ਮੈਨੇ ਇੱਕ ਲਾਈਨ ਦੀ ਲੈਂਥ ਨੂੰ ਮਾਪਣਾ ਹੈ ਕਿ ਉਹ ਕਿੰਨੀ ਲੰਬੀ ਹੈ, ਠੀਕ ਹੈ। ਉਹਦੇ ਲਈ ਮੈਂ ਇੱਕ ਐਵੇਂ ਦਾ ਆਪਾਂ ਕਹਿ ਸਕਦੇ ਹਾਂ ਕਿ ਸਟੈਂਡਰਡ ਯੂਨਿਟ, ਇਸ ਨੂੰ ਆਪਾਂ ਸਟੈਂਡਰਡ ਬੋਲਦੇ ਹਾਂ,
कि एवें दी चीज़ एवें दी स्टैंडर्ड यूनिट लूँगी जिहदी लेंथ मैनूं पता है। हुण उसकी लेंथ मैंने की लिया, स्केल लिया जिसकी लेंथ मैनूं पता ऑलरेडी कि कितनी है, 15 सेंटीमीटर है। इसकी मदद नाल मैं इसकी लेंथ जो है वो की कर सकती हाँ, माप सकती हाँ। ठीक है, तो इस तरीके नाल आपां दो चीज़ों का कंपैरिजन करके की करते हैं, मेजरमेंट करते हैं, जिसनूं आपां पंजाबी दे विच मापना भी बोलते हैं। क्लीयर। नैक्सट अगर आपां गल करिए, हुण ये 3 तरीके नाल हुंदी है, प्रोगनोसिस, डायग्नोसिस ते प्रिडिक्शन। हुण सब तो पहले की है, सब तो पहले तो आपको ये पता होना चाहिए कि बच्चों के विच आपां किस तरीके नाल माप, हुण उत्थे थोड़ी ना आपां स्केल वगैरह, मतलब आपां एक बच्चा की कर सकता है, सब तो पहले तो आपको ये पता होना चाहिए। फॉर एग्जाम्पल इवैल्यूएशन करनी है आपां, सब तो पहले तो ये पता होना चाहिए कि बच्चा की कर सकता है। फॉर एग्जाम्पल 5th क्लास का बच्चा है तो बच्चा की करेगा, 5th तक दी जो चीज़ां ने, ठीक है, वो सब कुछ वो कर सकता है। उस तो बाद वो की नहीं कर सकता। इवैल्यूएशन तैयार करनी है आपां, इवैल्यूएशन लेनी है आपां, कह सकते हैं, ठीक है, टेस्ट तैयार करना है एक तरीके नाल, तो अपन पहले तो पता होना चाहिए कि बच्चा की कर सकता, मतलब वो लैवल का पता होना चाहिए। फिर अपन ये भी पता होना चाहिए कि बच्चा की नहीं कर सकता। हुण 5th क्लास तक का स्टूडेंट है, वो 5th क्लास तक के सारे जो क्वेश्चनस ने या सम्स ने, जो कुछ भी एक्टिविटीज़ ने वो कर सकता है। बट जो मैं उसने 5th तो उपर दियाँ कहूँगी, 10th लैवल तक दियाँ कहूँगी, तो वो नहीं कर सकूगा। इन द फ्यूचर वो की कर सकता है। ठीक है, तो इस तरीके नाल आपां बच्चे की हर एक एक्टिविटी नूं ध्यान च रख के उन्होंने इवैल्यूएशन जो है वो करते हैं। ठीक है, वैसे यही सिर्फ मापना हो गया। सब तो पहला की हुंदा, टेस्ट लिया जाता है, एग्जामिनेशन होंगे ने, फिर इसे देखा जाता है कि बच्चा की कर सकता है, कि नहीं कर सकता। ठीक है, तो की वो फ्यूचर दे विच कर सकता है। ठीक है, माप के फिर आप एंड दे विच की करते हैं, इवैल्यूएशन करते हैं। इवैल्यूएशन की होंदी है, हुण एक बोर्ड टर्म होंदी है। ठीक है, ये तो सबनों पता ही है। कॉम्प्रीहेंसिव टर्म होंदी है। कॉम्प्रीहेंसिव का मतलब हो जाता है किते ना किते उसकी ओवरऑल जो परफॉर्मेंस है। ठीक है, सिर्फ आप ये नहीं कह सकते कि रिटन है तो उसनों आप इवैल्यूएशन बोल देंगे। बच्चा क्लास दे विच किस तरीके की एक्टिविटीज़ कर रहा है, ठीक है जी, बच्चे की मैंटल के नाल नाल उसकी जो फिजिकल आप कह सकते हैं कि नॉलेज, फिजिकल ग्रोथ जो है वो फिजिकल एक्टिविटीज़ के किस तरीके का है। ठीक है, वो मोरल मतलब किस तरीके का बिहेवियर रहिंदा, वो सोशल है वो किस तरीके का है। ठीक है, फिजिकली आप कह सकते हैं, मैंटली आप बोल सकते हैं। तो होर अगर आप गल करिए उसके स्किल्स ने जो चारों, वो किस तरीके नाल क्लास के किस तरीके का बिहेवियर है, ओवरऑल जो एक तरीके नाल आप परफॉर्मेंस बोल सकते हैं एक बच्चे की क्लास के विच, वो की हुंदी है, वो भी एक इवैल्यूएशन का ही पार्ट होंदी है, जिसनों आप एज असैसमेंट बोलते हैं। ठीक है, तो वो की हुंदा जी, कॉम्प्रीहेंसिव टर्म होंदी है। नैक्सट अगर आप गल करिए, कंटिन्यू प्रोसैस होंदा, बिल्कुल ये तो बिल्कुल क्लीयर जी चीज़ है कि जो इवैल्यूएशन है वो कंटिन्यू प्रोसैस होंदा। जिवें कि आप स्टार्टिंग के विच टेबल किया सी कि पहले टीचिंग होंदी है, लर्निंग होंदी है, फिर इवैल्यूएशन होंदा है, तो प्रोसैस लगातार चलता रहता है। टीचिंग करो, बच्चे सीखते हैं, लर्निंग करते हैं, फिर इवैल्यूएशन होंदी है। अगर उस तो बाद दोबारा की होंदी है, टीचिंग होंदी है। ठीक है, तो एक कंटिन्यू जो प्रोसैस है जो चलता रहता है। साइंटिफिक इन नेचर, ठीक है, नेचर के विच की होंदा जी, साइंटिफिक होंदा। आप कह सकते कि बहुत सारी थ्योरीज तो बाद ही आप मतलब एक तरीके नाल साइंस के उपर आप बोल सकते हैं। ठीक है, कि बिल्कुल पहला जिमें एक्सपैरीमेंट करता है, जिमें मैथड है अच्छा जो मैथड भी, तो एक साइंस का ही हो गया ना। तो साइंटिफिक इन नेचर होंदा है। सिस्टमैटिक इन नेचर, स्टैप बाय स्टैप होंदा है। एवें नहीं है कि टॉपिक करवाया नहीं और इवैल्यूएशन ले ली, नहीं, बिल्कुल स्टैप बाय स्टैप होएगा। पहले तुम टॉपिक करवाओगे अच्छे तरीके नाल, टैस्ट लैके बच्चों थोड़ा देखोगे कि वो परफॉर्मेंस अच्छी कर रहे नहीं। ठीक है, तो बिल्कुल एक स्टैप के तौर पर ही चलता रहता है। तो सिस्टमैटिक वे दे विच हुंदा है। ठीक है जी। इंपोर्टेंस ऑफ लर्निंग, बिल्कुल ये तो बिल्कुल बेसिक जा पॉइंट है। कोऑपरेटिव प्रोसैस होंदा है। ठीक है, कोऑपरेटिव प्रोसैस होंदा है। कोऑपरेट आपां नूं देखण नूं मिलदा स्टूडेंट दा स्टूडेंट नाल, स्टूडेंट दा टीचर नूं नाल। ठीक है जी। इट इनकलूड क्वालिटेटिव एंड क्वांटिटेटिव, वेरी इंपॉर्टेंट पॉइंट। हुण क्वालिटेटिव की हुंदा है, क्वालिटेटिव हुंदा पर्टिकुलर किसी चीज़ बारे, क्वांटिटेटिव हो गया होल। ठीक है, हुण क्वालिटेटिव किसी चीज़ बारे, पर्टिकुलर आप कह रहे हैं कि कोई पर्टिकुलर जी चीज़ ये इनकलूड है। क्वांटिटेटिव होल मतलब सिर्फ आप एजुकेशन या नॉलेज की गल नहीं कर रहे, बाकी सारा कुछ भी ये इनकलूड होंदा है। ठीक है जी, सारिया अप्रोचेज ये इनकलूड होंदियां ने। तो क्वांटिटेटिव तो क्वालिटेटिव दोनों की होंदे ने, ये इनकलूड होंदे ने। उम्मीद है ये चीज़ क्लीयर हो गई होएगी। कॉमन प्रोसैस की होंदा है, हुण ये बिल्कुल कॉमन जो प्रोसैस है। ठीक है जी। रिमैडियल इन नेचर मतलब जेकर किते तुहानूं लगता है कि बच्चे नूं डिफिकल्ट एरिया पर लग रहा है कि बच्चे ही नहीं कर पा रहा, तो उत्थे आपां रिमैडियल भी आप कह सकते हैं कि बार बार उसकी लर्निंग जो है करवाई जाती है। तो रिमैडियल इन नेचर भी यही हुंदा है। क्लीयर, उम्मीद है इवैल्यूएशन की है वो क्लीयर हो गया होएगा। ये तो कुछ टर्म्स सीगियां जो इवैल्यूएशन की देखियां सी आपां, बहुत कुछ है इस टॉपिक दे विच। ठीक है, इवैल्यूएशन दिया टाइप्स ये वो तो सारा कुछ आप ये कवर करांगे। ठीक है, अज आप की किया वो सारा कुछ आप देख लैंने कि सब तो पहले तो आप ये देखिए कि इवैल्यूएशन हुंदी की है। ठीक है, इवैल्यूएशन कित्थों बने हैं करके। उस तो बाद अगर आप गल करिए इंपोर्टेंस की है इवैल्यूएशन की, कला कला पॉइंट आप देखिया। थोड़ा जिहा इसनूं आप
ਰੀਅਲ ਲਾਈਫ ਦੇ ਵਿੱਚ ਅਗਰ ਤੁਸੀਂ ਕਿਤੇ ਟੀਚ ਕਰ ਰਹੇ ਹੋ ਤਾਂ ਬਹੁਤ ਵਧੀਆ ਤਰੀਕੇ ਨਾਲ ਇਸ ਪੁਆਇੰਟ ਨੂੰ ਜਾਂ ਇਸ ਟੌਪਿਕ ਨੂੰ ਸਮਝ ਸਕਦੇ ਹੋ ਕਿ ਇਵੈਲੂਏਸ਼ਨ ਕੀ ਹੈ, ਕੁਆਲਿਟੀਜ਼ ਕੀ ਹੋਣੀਆਂ ਚਾਹੀਦੀਆਂ ਨੇ ਗੁੱਡ ਟੈਸਟ ਦੀਆਂ। ਠੀਕ ਹੈ ਜੀ, ਅਗਰ ਆਪਾਂ ਗੱਲ ਕਰੀਏ ਤਾਂ ਟੈਸਟ ਕਿੱਥੋਂ ਬਣੇ ਆ, ਐਗਜ਼ਾਮੀਨੇਸ਼ਨ ਕਿੱਥੋਂ ਬਣੇ ਆ। ਠੀਕ ਹੈ, ਇਵੈਲੂਏਸ਼ਨ ਪੜ੍ਹਿਆ ਸੀ ਆਪਾਂ, ਮਾਪਣਾ ਦੇਖਿਆ, ਤਾਂ ਇਹ ਸਾਰਾ ਕੁਛ ਆਪਾਂ ਡਿਟੇਲ ਦੇ ਵਿੱਚ ਕਰਿਆ ਅੱਜ। ਹੁਣ ਆਪਾਂ ਨੈਕਸਟ ਦੇ ਵਿੱਚ ਦੇਖਾਂਗੇ ਇਸੇ ਟੌਪਿਕ ਨੂੰ 2 ਤੋਂ 3 ਵੀਡੀਓ ਤੱਕ ਇਹ ਵੀ ਜਾਏਗਾ। ਠੀਕ ਹੈ, ਫਿਰ ਉਸ ਤੋਂ ਬਾਅਦ ਆਪਾਂ ਨੈਕਸਟ ਟੌਪਿਕ ਨੂੰ ਸਟਾਰਟ ਕਰਾਂਗੇ, ਤਾਂ ਇਸੇ ਤਰੀਕੇ ਨਾਲ ਤੁਹਾਡਾ ਸਿਲੇਬਸ ਜੋ ਹੈ ਕੰਟੀਨਿਊ ਚੱਲਦਾ ਰਹੇਗਾ। ਜੇ ਕਲੀਅਰ ਹੋਇਆ, ਸਮਝ ਆਇਆ ਸਾਰਾ ਕੁਝ, ਪਸੰਦ ਆਇਆ ਵੀਡੀਓ, ਤਾਂ ਸਭ ਤੋਂ ਪਹਿਲਾਂ ਲਾਈਕ ਕਰੋ, ਸ਼ੇਅਰ ਕਰੋ ਜ਼ਿਆਦਾ ਤੋਂ ਜ਼ਿਆਦਾ ਆਪਣੇ ਫਰੈਂਡਸ ਨੂੰ, ਤਾਂ ਕਿ ਉਹ ਵੀ ਤਿਆਰੀ ਕਰ ਸਕਣ, ਔਰ ਸਬਸਕ੍ਰਾਈਬ ਕਰੋ ਜੇਕਰ ਤੁਸੀਂ ਪਹਿਲੀ ਵਾਰ ਸਾਡੇ ਚੈਨਲ ਦੇ ਉੱਪਰ ਆਏ ਹੋ। ਠੀਕ ਹੈ ਜੀ, ਔਰ ਇੱਕ ਹੋਰ ਇਨਫੋਰਮੇਸ਼ਨ, ਜੇਕਰ ਤੁਸੀਂ ਸਾਨੂੰ ਕੰਟੈਕਟ ਕਰਨਾ ਚਾਹੁੰਦੇ ਹੋ, ਠੀਕ ਹੈ, ਫॉर ਟੈਟ ਐਗਜ਼ਾਮ, ਕੋਈ ਵੀ ਤੁਹਾਡਾ ਡਾਊਟ ਹੈ ਤੁਸੀਂ ਸਾਨੂੰ ਪੁੱਛ ਸਕਦੇ ਹੋ। ਠੀਕ ਹੈ, ਤੁਸੀਂ ਸਾਨੂੰ ਫੇਸਬੁੱਕ ਜਾਂ ਇੰਸਟਾਗ੍ਰਾਮ ਦੇ ਉੱਪਰ ਤੁਸੀਂ ਕੀ ਕਰ ਸਕਦੇ ਹੋ, ਫੋਲੋ ਕਰ ਸਕਦੇ ਹੋ, ਉੱਥੇ ਸਾਨੂੰ ਕੰਟੈਕਟ ਕਰ ਸਕਦੇ ਹੋ। ਇਹਨਾਂ ਤਿੰਨਾਂ ਦਾ ਜੋ ਲਿੰਕ ਹੈ ਉਹ ਡਿਸਕ੍ਰਿਪਸ਼ਨ ਦੇ ਵਿੱਚ ਤੁਹਾਨੂੰ ਮਿਲ ਜਾਏਗਾ, ਹੈਲਪਫੁਲ ਹੋਏਗਾ ਤੁਹਾਡੇ ਲਈ। ਠੀਕ ਹੈ ਜੀ, ਤਾਂ ਬਿਲਕੁਲ ਅੱਜ ਲਈ ਬਸ ਇੰਨਾ ਹੀ ਕਰਦੇ ਹਾਂ, ਨੈਕਸਟ ਟੌਪਿਕ ਦੇ ਵਿੱਚ ਸਟਾਰਟ ਕਰਾਂਗੇ ਬਿਲਕੁਲ, ਔਰ ਸੌਰੀ ਨੈਕਸਟ ਵੀਡੀਓ ਦੇ ਵਿੱਚ ਇਸੇ ਟੌਪਿਕ ਨੂੰ ਕੰਟੀਨਿਊ ਕਰਾਂਗੇ। ਤਾਂ ਦੇਖਦੇ ਹਾਂ ਫਿਰ ਨੈਕਸਟ ਵੀਡੀਓ ਦੇ ਵਿੱਚ। ਠੀਕ ਹੈ ਜੀ, ਥੈਂਕ ਯੂ।